ਜਦੋਂ ਐਮਰਜੈਂਸੀ ਦਾ ਦੌਰ ਸੀਗਾ ਹਾਂਜੀ ਤਾਂ ਉਸ ਟਾਈਮ ਜਿਹੜੇ ਸਾਡੇ ਉਸ ਟਾਈਮ ਦੇ ਜਿਹੜੇ ਜਰਨਲਿਸਟ ਸੀਗੇ, ਕਿਉਂਕਿ ਸਾਡੇ ਸੁਪਰ ਸੀਨੀਅਰਸ ਹੋ ਗਏ, ਤਾਂ ਉਹਨਾਂ ਦਾ ਸੀਗਾ ਕਿ ਇੱਕ ਸਾਡੇ ਪਲੇਟਫਾਰਮ ਹੋਣਾ ਚਾਹੀਦਾ ਜਿੱਥੇ ਕੱਲ ਕੋਈ ਮੀਡੀਆ ਆਪਣੀ ਗੱਲ ਰੱਖ ਸਕਦਾ ਹੈ। 10 ਅਕਤੂਬਰ 1979 ਚ ਇਹ ਚੰਡੀਗੜ੍ਹ ਪ੍ਰੈਸ ਕਲੱਬ ਬਣਿਆ। ਸਰ ਨੇ ਗੱਲ ਦੱਸੀ ਹੈ ਵੀ ਸਾਰਿਆਂ ਨੂੰ ਸਮਾਨਤਾ ਮਿਲਦੀ ਹੈ, ਔਰਤਾਂ ਨੂੰ ਸਮਾਨਤਾ ਮਿਲਦੀ ਹੈ ਪੂਰੀ। ਬਿਲਕੁਲ ਮਿਲਦੀ ਹੈ ਜੀ। ਇੱਥੇ ਬਲਕਿ ਪਰਿਵਾਰ ਦੇ ਨਾਲ ਆਉਂਦੇ ਆ, ਔਰਤ ਵੀ ਆਉਂਦੀ ਹੈ, ਜਿਸ ਤਰ੍ਹਾਂ ਮੇਰਾ ਪਰਿਵਾਰ ਹੈ। ਮੈਂ ਬਹੁਤ, ਚਾਹੇ ਰਾਤ ਨੂੰ 10 ਵਜੇ ਅਸੀਂ ਆਈਏ, ਬੜੇ ਆਰਾਮ ਨਾਲ ਬੈਠਣ ਨੂੰ मिलेगा। हमने बहुत सारे मुख्यमंत्रियों को बुलाया। हरियाणा के मुख्यमंत्री आते हैं, या पंजाब के मुख्यमंत्री आते हैं, हिमाचल के मुख्यमंत्री आते हैं, जम्मू कश्मीर के मुख्यमंत्री यहाँ आते हैं, और उत्तर प्रदेश की जो मुख्यमंत्री थी मायावती जी, वो भी यहाँ आई थी। और शायद ये पहला संयोग था हमारे समय में जब मायावती जी ने चंडीगढ़ प्रेस क्लब को 31 लाख रुपए की सहायता दी। ना केवल उन्होंने अनाउंस किया बल्कि ये भी कहा कि मैं चंडीगढ़ तब छोड़ूंगी जब आपको ड्राफ्ट मिल जाएगा। ਇੱਥੇ ਪ੍ਰੈਸ ਕਾਨਫਰੰਸ ਵੀ ਹੁੰਦੀ ਹੈ ਕਿ ਅਗਰ ਚੰਡੀਗੜ੍ਹ ਦੀ ਇਸ ਰੀਜਨ ਦੀ ਗੱਲ ਕਰੀਏ ਤਾਂ 95% ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਚੰਡੀਗੜ੍ਹ ਪ੍ਰੈਸ ਕਲੱਬ 'ਚ ਹੋ ਰਹੀ ਹੈ। ਤਾਂ ਇੱਥੇ ਇੱਕ ਲੋਕਾਂ ਨੂੰ ਪਲੇਟਫਾਰਮ ਮਿਲ ਰਿਹਾ ਕਿ ਆਪਣੀ ਆਵਾਜ਼ ਜਿਹੜੀ ਹੈ ਉਹ ਮੀਡੀਆ ਦੇ ਅੱਗੇ ਰੱਖ ਸਕਦੇ ਆ, ਔਰ ਉਹ ਫਿਰ ਮੀਡੀਆ ਜਿਹੜੀ ਹੈ ਉਹ ਆਵਾਜ਼ ਜਿੱਥੇ ਤੱਕ ਪਹੁੰਚਣੀ ਚਾਹੀਦੀ ਹੈ ਉੱਥੇ ਤੱਕ ਪਹੁੰਚਾ ਰਿਹਾ। चाहे तो कोई 20 साल से मेंबर हो, चाहे 40 साल से मेंबर हो, चाहे पहली बार मेंबर बनाओ, और अचानक किसी क्लब के सदस्य की निधन हो जाए तो उसके परिवार को 1,25,000 रुपए की सहायता उसी समय दी जाती है ताकि पीड़ित परिवार को कुछ मदद मिल सके। ਸਤਿ ਸ਼੍ਰੀ ਅਕਾਲ ਦੋਸਤੋ, ਰੇਡੀਓ ਸਪਾਈਸ ਤੇ ਮੈਂ ਕਰਮ ਸੇਖਾ ਤੁਹਾਡਾ ਸਵਾਗਤ ਕਰਦਾ। ਦੋਸਤੋ, ਅਕਸਰ ਅਸੀਂ ਸਮਾਜ ਦੇ ਹੋਰ ਵਰਗਾਂ ਦੀ ਗੱਲ ਕਰਦੇ ਰਹਿੰਦੇ ਆ, ਪਰ ਅੱਜ ਅਸੀਂ ਖੁਦ ਪੱਤਰਕਾਰਾਂ ਦੀ ਗੱਲ ਕਰਾਂਗੇ। ਪੱਤਰਕਾਰੀ ਜਿਵੇਂ ਕਿਹਾ ਜਾਂਦਾ ਕਿ ਜਰਨਲਿਜ਼ਮ ਜਾਂ ਪ੍ਰੈਸ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ, ਜਿਹਨੇ ਲੋਕਾਂ ਦੀਆਂ ਜਿਹੜੀਆਂ ਮੰਗਾਂ ਨੇ, ਲੋਕਾਂ ਦੇ ਜਿਹੜੀਆਂ ਅੰਦਰ ਸਰਕਾਰ ਪ੍ਰਤੀ ਗੁੱਸਾ ਆ, ਉਹਨੂੰ ਕਿਸੇ ਤਰੀਕੇ ਨਾਲ ਕੈਮਰੇ ਤੇ ਲੈ ਕੇ ਆਉਣਾ, ਇੱਕ ਪਲੇਟਫਾਰਮ ਤੇ ਲੈ ਕੇ ਆਉਣਾ, ਤਾਂ ਕਿ ਸਰਕਾਰ ਤੇ ਇੱਕ ਪ੍ਰੈਸ਼ਰ ਬਣ ਸਕੇ। ਸਰਕਾਰ ਨੂੰ ਦੇਸ਼ ਦੇ ਵਿੱਚ ਕੀ ਹੋ ਰਿਹਾ, ਲੋਕਾਂ ਦੀ ਸੋਚ ਕੀ ਆ, ਲੋਕਾਂ ਨੂੰ ਕੀ ਲੋੜਾਂ ਨੇ, ਉਹ ਉਹਨਾਂ ਤੱਕ ਪਹੁੰਚਦੀਆਂ ਰਹਿਣ। ਤੇ ਪ੍ਰੈਸ ਕਲੱਬ ਉਹਦੇ ਵਿੱਚ ਵੱਡਾ ਯੋਗਦਾਨ ਅਦਾ ਕਰਦੇ ਆ, ਚਾਹੇ ਉਹ ਦੇਸ਼ ਦੇ ਕਿਸੇ ਵੀ ਕੋਨੇ 'ਚ ਬਣੇ ਹੋਣ। ਅੱਜ ਅਸੀਂ ਖੜੇ ਹਾਂ ਚੰਡੀਗੜ੍ਹ ਦੇ ਪ੍ਰੈਸ ਕਲੱਬ, ਜਿਹੜਾ ਸੈਕਟਰ 27 ਦੇ ਵਿੱਚ ਬਣਿਆ ਹੋਇਆ ਪ੍ਰੈਸ ਕਲੱਬ ਆ। ਇਹ ਉਹ ਪ੍ਰੈਸ ਕਲੱਬ ਆ ਜਿਹੜਾ 1980 ਤੋਂ ਲੈ ਕੇ ਇਸ ਦਾ ਨੀਂਹ ਪੱਥਰ ਰੱਖਿਆ ਗਿਆ। 1980 ਤੋਂ ਕੰਮ ਕਰ ਰਿਹਾ। ਤਕਰੀਬਨ 43 ਸਾਲਾਂ ਦੇ ਵਕਫੇ ਦੇ ਵਿੱਚ ਇਸ ਪ੍ਰੈਸ ਕਲੱਬ ਨੇ ਜਿੱਥੇ ਹਜ਼ਾਰਾਂ ਸੂਝਵਾਨ ਪੱਤਰਕਾਰਾਂ ਨੂੰ ਪੈਦਾ ਕੀਤਾ, ਸਾਂਭਿਆ ਤੇ ਉਹਨਾਂ ਦੇ ਲਈ ਕੰਮ ਕੀਤਾ, ਉਹਨਾਂ ਨੂੰ ਸਿਹਤ ਸਹੂਲਤਾਂ ਤੱਕ ਦੇਣ ਲਈ ਇਹਨਾਂ ਨੇ ਕੋਸ਼ਿਸ਼ ਕੀਤੀ ਹੈ। ਬੜਾ ਵੱਡਾ ਰੋਲ ਆ ਇਸ ਪ੍ਰੈਸ ਕਲੱਬ ਦਾ। ਇਹਦੇ ਵਿੱਚ ਸਵਿਮਿੰਗ ਪੂਲ ਵੀ ਇਸ ਕਲੱਬ ਦੇ ਵਿੱਚ ਬਣਿਆ ਹੋਇਆ, ਬਾਰ ਵੀ ਬਣੀ ਹੋਈ ਆ, ਤੇ ਇਸ ਤੋਂ ਬਿਨਾਂ ਵੱਡਾ ਹਾਲ ਵੀ ਬਣਿਆ ਹੋਇਆ, ਪਾਰਟੀਜ਼ ਲਈ ਵੀ ਹਾਲ ਬਣਿਆ ਹੋਇਆ, ਤੇ ਵੱਡਾ ਰੋਲ ਆ। ਚੰਡੀਗੜ੍ਹ ਦੇ ਵਿੱਚ ਜਿਹੜੇ ਰਹਿਣ ਵਾਲੇ ਪੱਤਰਕਾਰ ਨੇ ਉਹ ਇਸ ਪ੍ਰੈਸ ਕਲੱਬ ਦੀ ਅਹਿਮੀਅਤ ਨੂੰ ਸਮਝਦੇ ਆ। ਹਰ ਸਾਲ ਚੋਣ ਹੁੰਦੀ ਹੈ ਪ੍ਰੈਸ ਕਲੱਬ ਦੀ, ਤੇ ਨਵੇਂ ਪ੍ਰਧਾਨ ਬਣਦੇ ਆ ਤੇ ਆਪਣੇ ਆਪਣੇ ਤਰੀਕੇ ਨਾਲ ਕੰਮ ਕਰਦੇ ਆ। ਸਾਡੇ ਨਾਲ ਨਵੇਂ ਚੁਣੇ ਪ੍ਰਧਾਨ ਸੌਰਵ ਦੁੱਗਲ ਜੀ ਨੇ। ਆਪਾਂ ਉਹਨਾਂ ਨਾਲ ਗੱਲ ਕਰਾਂਗੇ, ਜਾਣਾਂਗੇ ਕਿ ਪ੍ਰੈਸ ਕਲੱਬ ਦੀ ਹਿਸਟਰੀ ਕੀ ਆ, ਇਤਿਹਾਸ ਕੀ ਆ, ਕੀ ਦੇਣ। ਇਹਨਾਂ ਗੱਲਾਂ ਦੇ ਉੱਤੇ ਚਰਚਾ ਕਰਾਂਗੇ। ਸੌਰਵ ਦੁੱਗਲ ਜੀ, ਸਤਿ ਸ਼੍ਰੀ ਅਕਾਲ ਜੀ। ਸੌਰਵ ਦੁੱਗਲ ਜੀ, ਸਵਾਗਤ ਹੈ ਸਾਡੇ ਚੈਨਲ ਤੇ ਤੁਹਾਡਾ। ਬਹੁਤ ਧੰਨਵਾਦ ਤੁਹਾਡਾ, ਤੁਸੀਂ ਚੰਡੀਗੜ੍ਹ ਪ੍ਰੈਸ ਕਲੱਬ ਆਏ, ਸਾਡੇ ਪ੍ਰੈਸ ਕਲੱਬ ਨੂੰ ਕਵਰ ਕਰ ਰਹੇ ਹੋ। ਹਾਂਜੀ ਸੌਰਵ ਜੀ, ਜਿੱਦਾਂ ਆਪਾਂ ਗੱਲ ਕਰ ਰਹੇ ਸੀ ਵੀ ਪ੍ਰੈਸ ਕਲੱਬ 1980 ਤੋਂ ਕੰਮ ਕਰ ਰਿਹਾ। ਅਸੀਂ ਪਹਿਲਾਂ ਤਾਂ ਤੁਹਾਡੇ ਤੋਂ ਆਪਾਂ ਕੰਮ ਕੀ ਕਰ ਰਿਹਾ ਉਸ ਤੋਂ ਬਾਅਦ ਜਾਣਾਂਗੇ। ਪਹਿਲਾਂ ਆਪਾਂ ਜਾਣਨਾ ਚਾਹਾਂਗੇ ਵੀ ਹਿਸਟਰੀ ਕੀ ਆ ਤੁਹਾਡੀ ਨਜ਼ਰ ਦੇ ਵਿੱਚ ਹੁਣ ਤੱਕ 1980 ਤੋਂ ਲੈ ਕੇ, ਕੀ ਇਤਿਹਾਸ ਰਿਹਾ ਪ੍ਰੈਸ ਕਲੱਬ ਦਾ? ਪ੍ਰੈਸ ਕਲੱਬ ਜਦੋਂ ਐਮਰਜੈਂਸੀ ਦਾ ਦੌਰ ਸੀਗਾ ਹਾਂਜੀ, ਤਾਂ ਉਸ ਟਾਈਮ ਜਿਹੜੇ ਸਾਡੇ ਉਸ ਟਾਈਮ ਦੇ ਜਿਹੜੇ ਜਰਨਲਿਸਟ ਸੀਗੇ, ਕਿਉਂਕਿ ਸਾਡੇ ਸੁਪਰ ਸੀਨੀਅਰਸ ਹੋ ਗਏ, ਤਾਂ ਉਹਨਾਂ ਦਾ ਸੀਗਾ ਕਿ ਇੱਕ ਸਾਡੇ ਪਲੇਟਫਾਰਮ ਹੋਣਾ ਚਾਹੀਦਾ ਜਿੱਥੇ ਕੱਲ ਕੋਈ ਮੀਡੀਆ ਆਪਣੀ ਗੱਲ ਰੱਖ ਸਕਦਾ ਹੈ। ਕਿਉਂਕਿ ਐਮਰਜੈਂਸੀ ਦਾ ਬੜਾ ਇੱਕ ਜਿਹੜਾ ਦੌਰ ਸੀਗਾ, ਮੀਡੀਆ ਦੀ ਸੈਂਸਰਸ਼ਿਪ ਸੀਗੀ, ਦਬਾਇਆ ਜਾ ਰਿਹਾ ਸੀ।
ਤਾਂ ਉਹ ਜਿਹੜੀ ਆ ਐਮਰਜੈਂਸੀ ਦੇ ਦੌਰਾਨ ਸੋਚਿਆ ਤਾਂ ਉਹਨੂੰ 2-3-4 ਸਾਲ ਲੱਗੇ। ਤਾਂ 10 ਅਕਤੂਬਰ 1979 ਚ ਇਹ ਚੰਡੀਗੜ੍ਹ ਪ੍ਰੈਸ ਕਲੱਬ ਬਣਿਆ। ਕਿਉਂਕਿ ਤੁਸੀਂ ਜਿਹੜਾ 80 ਕਿਹਾ, ਤਾਂ 80 ਚ ਇਹ ਪ੍ਰੀਮਾਈਸਿਸ ਬਣਿਆ, ਬਿਲਡਿੰਗ ਬਣੀ। ਮੈਂ 79 ਤੋਂ ਵਰਕ ਹਾਂ, ਚੰਡੀਗੜ੍ਹ ਪ੍ਰੈਸ ਕਲੱਬ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ 1979 ਅਕਤੂਬਰ ਚ ਹੋਈ ਹੈ। ਓਕੇ। ਤਾਂ ਉਹਦੇ ਚ ਉਸ ਟਾਈਮ 10 ਜਿਹੜੇ ਇੱਥੇ ਚੰਡੀਗੜ੍ਹ ਦੇ ਉਸ ਟਾਈਮ ਸੀਨੀਅਰ ਜਰਨਲਿਸਟ ਸੀਗੇ, ਉਹ ਫਾਊਂਡਰ ਮੈਂਬਰਸ ਸੀਗੇ। ਤਾਂ ਉਹਨਾਂ ਨੇ ਰਜਿਸਟਰ ਕਰਾਇਆ ਪ੍ਰੈਸ ਕਲੱਬ, ਕਿਉਂਕਿ ਜਿਹੜੀ ਗੱਲ ਉਹ 75 ਦੀ ਚਲੀ ਆ ਰਹੀ ਸੀ। ਤਾਂ ਉਹਦੇ ਬਾਅਦ ਫਿਰ 80 ਜੁਲਾਈ ਚ ਇਹ ਪ੍ਰੈਸ ਕਲੱਬ ਜਿੱਥੇ ਅਸੀਂ ਖੜੇ ਹਾਂ ਅੱਜ, ਇਹ ਪ੍ਰਮਾਈਸਿਸ ਮਿਲਿਆ। ਤਾਂ 15 ਜੁਲਾਈ ਨੂੰ ਇਹਦਾ ਇਨੋਗ੍ਰੇਸ਼ਨ ਹੋਇਆ। ਤਾਂ 15 ਜੁਲਾਈ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਨੂੰ ਇੱਕ ਜਗ੍ਹਾ ਮਿਲੀ, ਇੱਕ ਆਫਿਸ ਮਿਲਿਆ, ਇੱਕ ਸਪੇਸ ਮਿਲੀ। ਤਾਂ ਉਹ ਇਹ ਆ। ਤਾਂ ਉਹ ਜਿਹੜੇ ਸੀਨੀਅਰ ਮੈਂਬਰਸ ਹੈਗੇ ਆ, ਲੇਟ ਗੋਬਿੰਦ ਠੁਕਰਾਲ ਜੀ, ਸ਼ੌਕੀਨ ਜੀ, NS ਮਲਿਕ, ਸ਼ੌਕੀਨ ਸਿੰਘ ਜੀ, ਹਾਂਜੀ ਸ਼ੌਕੀਨ ਜੀ ਜਲੰਧਰ ਤੋਂ ਹੀ ਬਿਲੋਂਗ ਕਰਦੇ ਆ, HS ਓਡੀ ਜੀ, ਤਾਂ ਸੁਖਦੇਵ ਸਿੰਘ ਜੀ, PK ਜਮ, ਇਹ ਸਾਰੇ ਜਿਹੜੇ ਆ ਸੀਨੀਅਰ ਮੈਂਬਰਸ ਜਿਹੜੇ ਆ, ਇਹ ਫਾਊਂਡਰ ਮੈਂਬਰਸ ਰਹੇ ਆ। ਤਾਂ ਜਿਹੜੀ ਪਹਿਲੀ ਜਿਹੜੀ ਟੀਮ ਹੈ ਉਹ 1979, ਅਗਰ ਤੁਸੀਂ ਦੇਖੋ ਤਾਂ 79 ਤੋਂ 84 ਲਿਖਿਆ ਹੈ। ਹਾਂਜੀ, ਠੀਕ ਹੈ। ਤਾਂ ਇਹ ਪਹਿਲੀ ਜਦੋਂ ਪ੍ਰੈਸ ਕਲੱਬ ਬਣਿਆ ਤਾਂ 5 ਸਾਲ ਦੇ ਟੈਨਿਓਰ ਵਾਸਤੇ ਕੋਈ ਉਸ ਟਾਈਮ ਨੋਮੀਨੇਟ ਹੋਏ ਕਿ 5 ਸਾਲ ਵਾਸਤੇ ਪ੍ਰੈਜ਼ੀਡੈਂਟ, 5 ਸਾਲ ਵਾਸਤੇ ਜਨਰਲ ਸੈਕਟਰੀ। 84 ਦੇ ਬਾਅਦ ਅੱਜ 2023 ਹੈ, ਤਾਂ ਪ੍ਰੈਸ ਕਲੱਬ ਦਾ ਰੈਗੂਲਰ ਇਲੈਕਸ਼ਨ ਹੋ ਰਹੇ ਹੈ। ਚਾਹੇ ਟੈਰਰਿਜ਼ਮ ਦਾ ਦੌਰ ਸੀਗਾ, ਉਸ ਟਾਈਮ ਵੀ ਇਲੈਕਸ਼ਨ ਹੋਏ, ਔਰ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਨਾਲ ਇਲੈਕਸ਼ਨ ਹੁੰਦੇ ਆ। ਚੋਣ ਹੁੰਦੀ ਹੈ ਮਾਰਚ ਦਾ ਜਿਹੜਾ ਲਾਸਟ ਸੰਡੇ ਹੈ, ਉਸ ਦਿਨ VOTING ਹੁੰਦੀ ਹੈ ਉਹ। ਔਰ ਇਹ ਕਦੇ ਵੀ ਇਸ ਤਰ੍ਹਾਂ ਤਾਂ ਹੋਇਆ ਕਿ ਵੀ ਕਿਸੇ ਪੋਸਟ ਵਾਸਤੇ ਕੋਈ ਯੂਨੈਨਿਮਸ ਡਿਸੀਜਨ ਹੋ ਗਿਆ ਹੋਵੇ, ਕਿਉਂਕਿ ਇਸ ਟਾਈਮ ਸਾਡੀ 9 ਪੋਸਟ ਹੈ, ਪ੍ਰੈਜ਼ੀਡੈਂਟ, ਸੀਨੀਅਰ ਵਾਈਸ ਪ੍ਰੈਜ਼ੀਡੈਂਟ, 2 ਵਾਈਸ ਪ੍ਰੈਜ਼ੀਡੈਂਟ ਦੀ ਹੈ, ਜਿਹਦੇ 'ਚ ਇੱਕ ਵੂਮਨ ਜਿਹੜੀ ਸੀਟ ਰਿਜ਼ਰਵਡ ਹੈ, ਫਿਰ ਸੈਕਟਰੀ, ਜਨਰਲ ਸੈਕਟਰੀ, 2 ਜੁਆਇੰਟ ਸੈਕਟਰੀ, ਇੱਕ ਟ੍ਰੇਜਰਰ। ਪਹਿਲੇ ਜਿਹੜੀ ਕਾਉਂਸਲ ਦੀ ਸੀਟ ਘੱਟ ਹੁੰਦੀ ਵੂਮਨ ਲਈ ਰਿਜ਼ਰਵ ਰੱਖੀ ਹੋਈ ਹੈ। ਮਤਲਬ ਇਹ ਕਿ ਵੀ ਵੂਮਨ ਦੀ ਪਾਰਟਿਸਿਪੇਸ਼ਨ ਜਿਹੜੀ ਹੈ ਬਣਾ ਕੇ ਰੱਖਣ ਲਈ, ਬਣਾ ਕੇ ਵੀ ਮਿਨੀਮਮ ਉਹ ਪੋਸਟ ਵਾਸਤੇ ਤਾਂ ਵੂਮਨ ਆਏਗੀ, ਬਾਕੀ ਪੋਸਟਾਂ ਤੇ ਵੀ ਵੂਮਨ ਆ ਸਕਦੀ ਹੈ, ਔਰ ਆਂਦੀ ਵੀ ਰਹੀ ਹੈ। ਮਤਲਬ ਇਸ ਤਰ੍ਹਾਂ ਨਹੀਂ ਹੈ ਕਿ ਜਿਹੜੀ ਵੂਮਨ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਹੈ ਉੱਥੇ ਹੀ ਵੂਮਨ ਦੀ ਰਿਪਰੈਜ਼ੈਂਟੇਸ਼ਨ ਰਹੀ ਹੈ। ਵੂਮਨ ਦੀ ਉਹਦੇ ਇਲਾਵਾ ਸੀਟਾਂ 'ਚ ਵੀ ਰਿਪਰੈਜ਼ੈਂਟੇਸ਼ਨ ਰਹੀ ਹੈ, ਕਿਉਂਕਿ ਇਸ ਟਾਈਮ ਜਿਹੜੀ ਮੌਜੂਦਾ ਟੀਮ ਹੈ ਇਹਦੇ 'ਚ 2 ਵੂਮਨ ਜਰਨਲਿਸਟ ਜਿਹੜੀ ਹੈ ਉਹਨਾਂ ਦੀ ਪਾਰਟਿਸਿਪੇਸ਼ਨ ਮਤਲਬ ਉਹ ਟੀਮ 'ਚ ਹੈਗੀ ਹੈ। ਇੱਕ ਜੁਆਇੰਟ ਸੈਕਟਰੀ 2 ਹੈਗੀ ਹੈ ਅਰਸ਼ਦੀਪ ਅਰਸ਼ੀ, ਉਹ ਨਿਊਜ਼ 18 ਚ ਹੈ, ਔਰ ਉਹ ਜਿਹੜੀ ਵੂਮਨ ਸੀਟ ਤੇ ਹੈਗੀ ਹੈ ਨੇਹਾ ਸ਼ਰਮਾ, ਉਹ PTI ਚ ਹੈ। ਓਕੇ। ਔਰ 84 ਦੇ ਬਾਅਦ ਕਿਉਂਕਿ ਜਿਹੜਾ ਸਾਡੀ ਕੰਟਰੀ ਦਾ ਢਾਂਚਾ ਹੈ ਉਹ ਡੈਮੋਕ੍ਰੇਸੀ ਬੇਸਡ ਹੈ, ਔਰ ਡੈਮੋਕ੍ਰੇਸੀ ਦਾ ਮਤਲਬ ਇਹ ਹੈ ਕਿ ਲੋਕ ਆਪਣੀ ਸਰਕਾਰ ਖੁਦ ਚੁਣਦੇ ਹੈ, ਉੱਥੇ ਆਪੋਜੀਸ਼ਨ ਦੀ ਵੀ ਜਗ੍ਹਾ ਹੁੰਦੀ ਹੈ, ਔਰ ਲੋਕ ਆਪਣੀ ਕੀ ਗੱਲ ਕਰਨਾ ਚਾਹੁੰਦੇ ਹੈ, ਜਿਹੜੀ ਚੁਣੀ ਹੋਈ ਉਹਨਾਂ ਦੇ ਰਿਪਰੈਜ਼ੈਂਟੇਟਿਵ ਹੈ ਉਹ ਉਹਨਾਂ ਦੀ ਗੱਲ ਸੁਣਨ। ਇਹ ਸਾਡੀ ਕੰਟਰੀ ਦਾ ਢਾਂਚਾ ਹੈ। ਤਾਂ ਉਸੇ ਢਾਂਚੇ 'ਚ ਚੰਡੀਗੜ੍ਹ ਪ੍ਰੈਸ ਕਲੱਬ ਜਿਹੜਾ ਬਣਿਆ, ਔਰ ਕੋਈ ਵੀ ਇਸ ਤਰ੍ਹਾਂ ਦਾ ਸਾਲ ਨਹੀਂ ਹੋਇਆ, ਚਾਹੇ ਉਹ ਟੈਰਰਿਜ਼ਮ ਦਾ ਵੀ ਦੌਰ ਰਿਹਾ ਹੋਵੇ, ਕਿ ਜਦੋਂ ਇਲੈਕਸ਼ਨ ਨਾ ਹੋਇਆ ਹੋਵੇ। ਔਰ ਇਲੈਕਸ਼ਨ ਹੁੰਦਾ ਹੈ, ਉਹਦੇ ਬਾਅਦ ਜਨਰਲ ਹਾਊਸ ਹੁੰਦਾ ਹੈ, ਜਨਰਲ ਹਾਊਸ ਮੈਂਬਰ ਆਪਣੀ ਗੱਲ ਰੱਖਦੇ ਹੈ, ਇਲੈਕਟਿਡ ਰਿਪਰੈਜ਼ੈਂਟੇਟਿਵਸ ਨਾਲ ਗੱਲ ਕਰਦੇ ਹੈ ਕਿ ਉਹ ਚਾਹੁੰਦੇ ਹੈ ਕਿ ਕਲੱਬ 'ਚ ਕੀ ਐਕਟੀਵਿਟੀ ਹੋਣ, ਔਰ ਆਪੋਜੀਸ਼ਨ ਦੀ ਵੀ ਉਨੀ ਜਗ੍ਹਾ ਹੈ। ਤਾਂ ਪ੍ਰੈਸ ਕਲੱਬ ਜਿਹੜਾ ਇੱਕ ਡੈਮੋਕ੍ਰੈਟਿਕ ਸੈਟਅਪ ਨਾਲ ਚੱਲ ਰਿਹਾ। ਜਿਵੇਂ ਹੁਣ ਤੁਸੀਂ ਲੇਟੈਸਟ ਚੋਣ ਜਿੱਤ ਕੇ ਹਟੇ ਹੋ, ਕਿਹੜੇ ਮੁੱਦੇ ਰਹਿੰਦੇ ਆ? ਜਿਵੇਂ ਇਲੈਕਸ਼ਨਸ ਆਪਾਂ ਦੇਖਦੇ ਹਾਂ, ਦੇਸ਼ ਦੀ ਇਲੈਕਸ਼ਨ ਦੇ ਵਿੱਚ ਤਾਂ ਮੁੱਦੇ ਉਹ ਆਰਥਿਕ ਹੁੰਦੇ ਆ ਜੀ, ਇੱਥੇ ਕਿਹੜੇ ਮੁੱਦੇ ਹੁੰਦੇ ਆ ਜਿਹੜੇ ਜਿਨ੍ਹਾਂ ਨੂੰ ਲੈ ਕੇ ਚੋਣ ਹੁੰਦੀ ਆ ਔਰ ਜਿੱਤਦੇ ਆ? ਇੱਕ ਮੈਂ ਇਸ ਪ੍ਰੈਸ ਕਲੱਬ 'ਚ ਜਿਹੜਾ ਵੀ ਮੈਂਬਰ ਹੈ ਉਹਨੂੰ ਪ੍ਰੈਸ ਕਲੱਬ ਉਹਦੇ ਵਾਸਤੇ ਇੱਕ ਬਹੁਤ ਇੰਪੋਰਟੈਂਟ ਜਗ੍ਹਾ ਹੈ। ਇਹ ਨਹੀਂ ਹੈ ਕਿ ਬਈ ਜਿਹੜੀ ਟੀਮ ਜਿੱਤ ਰਹੀ ਹੈ ਉਹਦੇ ਵਾਸਤੇ ਪ੍ਰੈਸ ਕਲੱਬ ਲੋਕਾਂ ਨੂੰ ਲੱਗਦਾ ਕਿ ਜ਼ਿਆਦਾ ਇੰਪੋਰਟੈਂਟ ਹੈ, ਜਾਂ ਜਿਹੜਾ ਹਾਰ ਰਿਹਾ ਹੈ ਉਹਦੇ ਵਾਸਤੇ ਇੰਪੋਰਟੈਂਟ ਉਹਨਾਂ ਨਹੀਂ ਹੈ। ਇੱਥੇ ਕਿਉਂਕਿ ਪ੍ਰੈਸ ਕਲੱਬ ਜਿਹੜਾ ਹੈ ਇੱਕ ਸੈਕਿੰਡ ਹੋਮ ਹੈ ਸਾਰੇ ਜਰਨਲਿਸਟਾਂ ਵਾਸਤੇ, ਕਿਉਂਕਿ ਦੁੱਖ ਤਕਲੀਫ ਹੋਏ ਤਾਂ ਪ੍ਰੈਸ ਕਲੱਬ ਉਹਨਾਂ ਦੇ ਨਾਲ ਖੜਾ ਹੈ। ਔਰ ਇੱਕ ਜਿਹੜੀ ਫਾਊਂਡੇਸ਼ਨ ਹੈ, ਜਿਹੜੇ ਸਾਡੇ ਸੀਨੀਅਰਸ ਨੇ ਇਹਦੀ ਇੱਕ ਫਾਊਂਡੇਸ਼ਨ ਬਣਾਈ ਹੈ, ਉਹ ਜਿਹੜੀ ਹੈ ਉਸ ਚੀਜ਼ ਨੂੰ ਡਰਾਈਵ ਕਰਦੀ ਹੈ।
ਕਿ ਅਗਰ ਕੋਈ ਸਾਡਾ ਅਗਰ ਮੈਂਬਰ ਬਿਮਾਰ ਹੋ ਜਾਂਦਾ ਹੈ, ਹਸਪੀਟਲਾਈਜ਼ਡ ਹੋ ਜਾਂਦਾ ਹੈ, ਤਾਂ ਪ੍ਰੈਸ ਕਲੱਬ ਉਹਦਾ ਇਲਾਜ ਦਾ ਖਰਚੇ ਵਾਸਤੇ 50,000 ਰੁਪਏ ਦਿੰਦੀ ਹੈ। ਔਰ ਜਿਹੜਾ ਇਸ ਦੁਨੀਆ 'ਚ ਆਇਆ ਤਾਂ ਉਹਨੇ ਜਾਣਾ ਵੀ ਹੈ, ਤਾਂ ਉਹਦੀ ਫੈਮਿਲੀ ਨੂੰ ਵੀ ਸਪੋਰਟ ਪ੍ਰੈਸ ਕਲੱਬ ਕਰਦੀ ਹੈ। ਤਾਂ ਇਹ ਸਾਰਾ ਚੀਜ਼ਾਂ ਕਰਕੇ ਜਿਹੜੀ ਹੈ ਇੱਕ ਇਸ ਪ੍ਰੈਸ ਕਲੱਬ ਦੀ ਬੜੀ ਇੱਕ ਸਟਰੋਂਗ ਫਾਊਂਡੇਸ਼ਨ ਹੈ। ਔਰ ਜਦੋਂ ਇਲੈਕਸ਼ਨ ਦੀ ਗੱਲ ਹੁੰਦੀ ਹੈ ਤਾਂ ਹਰ ਜਿਹੜੀ ਵੀ ਬੰਦੇ ਕੰਟੈਸਟ ਕਰ ਰਹੇ ਹੁੰਦੇ ਆ ਉਹ ਆਪਣੀ ਬਾਤ ਰੱਖਦੇ ਆ। ਤਾਂ ਮੇਨ ਇਹ ਹੁੰਦਾ ਕਿ ਵੀ ਪ੍ਰੈਸ ਕਲੱਬ ਅੱਛੇ ਤਰੀਕੇ ਨਾਲ ਚੱਲੇ, ਟਰਾਂਸਪੇਰੈਂਸੀ ਰਹੇ, ਜਰਨਲਿਸਟਿਕ ਐਕਟੀਵਿਟੀਜ਼ ਹੋਏ, ਇੱਕ ਜਿਹੜਾ ਫੈਮਿਲੀ ਐਟਮੋਸਫੇਅਰ ਬਣਿਆ ਰਹੇ, ਔਰ ਇੱਕ ਜਿਹੜੀ ਜਰਨਲਿਸਟ ਦੀ ਆਵਾਜ਼ ਹੈ ਉਹਨੂੰ ਕਿਸ ਤਰੀਕੇ ਨਾਲ ਬੁਲੰਦ ਕਰਨਾ ਹੈ, ਉਹਨਾਂ ਨੂੰ ਕੀ ਪ੍ਰੋਬਲਮਸ ਆ ਰਹੀਆਂ ਅੱਜ ਦੇ ਦੌਰ 'ਚ, ਤਾਂ ਇਹ ਮੁੱਦੇ ਰਹਿੰਦੇ ਆ। ਇੱਕ ਹੋਰ ਜਿਵੇਂ ਤੁਸੀਂ ਮੁੱਦਿਆਂ ਦੀ ਗੱਲ ਕੀਤੀ ਹੈ, ਜਿੱਦਾਂ ਹੁਣ ਸੁਪਰੀਮ ਕੋਰਟ ਦਾ ਵੀ ਵਰਡਿਕਟ ਆਇਆ ਵੀ ਪ੍ਰੈਸ ਦੀ ਆਜ਼ਾਦੀ ਨੂੰ ਖਤਰਾ ਜਿੱਥੇ ਜਿੱਥੇ ਹੋਊਗਾ ਉੱਥੇ ਸੁਪਰੀਮ ਕੋਰਟ ਹੱਕ 'ਚ ਖੜੂਗੀ। ਆਪਣੇ ਦੇਸ਼ ਦੇ ਵਿੱਚ ਵੀ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਸਵਾਲ ਖੜੇ ਕੀਤੇ ਜਾਂਦੇ ਆ, ਪ੍ਰੈਸ ਕਲੱਬ ਉਹਦੇ ਬਾਰੇ ਗੱਲ ਕਰਦਾ ਕੋਈ? ਦੇਖੀਏ, ਜਦੋਂ ਵੀ ਅਗਰ ਅਸੀਂ ਆਜ਼ਾਦੀ ਦੀ ਗੱਲ ਕਰਦੇ ਕਿ ਵੀ ਕਿਉਂਕਿ ਇੱਕ ਇਹ ਬੜਾ ਸਟਰੋਂਗ ਪਿਲਰ ਹੈ ਜਿਹੜਾ ਆਪਾਂ ਡੈਮੋਕ੍ਰੇਸੀ ਦਾ ਕਹਿੰਦੇ ਕਿ ਵੀ 4 ਪਿਲਰ ਹੈ, ਐਗਜ਼ੀਕਟਿਵ, ਲੈਜਿਸਲੇਟਰ, ਉਹਦੇ 'ਚ ਜਿਹੜਾ 4th ਪਿਲਰ ਜਿਹੜਾ ਉਹ ਪ੍ਰੈਸ ਨੂੰ ਕਿਹਾ ਜਾਂਦਾ ਹੈ, ਉਹਦੇ ਜੁਡੀਸ਼ਰੀ ਵੀ ਇੱਕ ਪਾਰਟ ਹੈ। ਤਾਂ ਉਹਦੇ 'ਚ ਅਗਰ ਕੋਈ ਵੀ ਅਗਰ ਪਿਲਰ ਹਿਲਦਾ ਹੈ ਤਾਂ ਡੈਮੋਕ੍ਰੇਸੀ ਦਾ ਜਿਹੜਾ ਢਾਂਚਾ ਹੈ ਉਹ ਹਿਲਦਾ ਹੈ। ਤਾਂ ਔਰ ਪ੍ਰੈਸ ਵੀ ਦੇਖੋ, ਪ੍ਰੈਸ ਜਿਹੜੀ ਹੈ ਲੋਕਾਂ ਦੀ ਆਵਾਜ਼ ਹੈ, ਲੋਕ ਕੀ ਕਹਿਣਾ ਚਾਹੁੰਦੇ ਹੈ ਕੀ ਹੈ ਉਹ ਸਹੀ ਤਰੀਕੇ ਨਾਲ ਸਰਕਾਰ ਤੱਕ ਪਹੁੰਚੇ, ਸਰਕਾਰ ਦਾ ਵਿਰੋਧ ਵੀ ਹੋਏ, ਅਗਰ ਕੋਈ ਅੱਛਾ ਕੰਮ ਹੋ ਰਿਹਾ ਉਹਨੂੰ ਹਾਈਲਾਈਟ ਵੀ ਕੀਤਾ ਜਾਏ। ਤਾਂ ਇਸ ਲਈ ਆਜ਼ਾਦੀ ਦੀ ਵੀ ਪ੍ਰੈਸ ਕਲੱਬ ਜਿਹੜਾ ਵੀ ਜਰਨਲਿਸਟਾਂ ਦਾ ਕਲੱਬ ਹੈ, ਤਾਂ ਜਰਨਲਿਸਟਾਂ ਦੇ ਹੱਕ ਵਾਸਤੇ ਤਾਂ ਖੜਾ ਹੀ ਹੈ ਕਲੱਬ। ਇਸ ਤੋਂ ਬਿਨਾਂ ਜਿਵੇਂ ਹੁਣ ਬਿਲਡਿੰਗ ਹੈ, ਇਹਦੇ ਬਾਰੇ ਥੋੜਾ ਡਿਟੇਲ 'ਚ ਦੱਸੋਗੇ ਵੀ ਮਕਸਦ ਕੀ ਆ, ਕੰਮ ਕੀ ਕਰਦੇ ਆ, ਆਪਾਂ ਉਹ ਵੀ ਗੱਲ ਕਰਦੇ ਆ ਵੀ ਕਿਹੜੀ ਕਿਹੜੀ ਬਿਲਡਿੰਗਸ ਇੱਥੇ ਬਣੀਆਂ ਹੋਈਆਂ ਨੇ ਪ੍ਰੈਸ ਕਲੱਬ ਦੇ ਵਿੱਚ, ਕੀ ਕੀ ਸਹੂਲਤਾਂ ਜਿਹੜੀਆਂ ਹੈਗੀਆਂ? ਦੇਖੀਏ, ਪ੍ਰੈਸ ਕਲੱਬ ਦਾ ਜਿਹੜਾ ਮੇਨ ਮਕਸਦ ਹੈ ਉਹ ਜਰਨਲਿਸਟ ਨੂੰ ਸਪੋਰਟ ਕਰਨਾ। ਤਾਂ ਇੱਥੇ ਪ੍ਰੈਸ ਕਾਨਫਰੰਸ ਵੀ ਹੁੰਦੀ ਹੈ ਕਿ ਅਗਰ ਚੰਡੀਗੜ੍ਹ ਦੀ ਇਸ ਰੀਜਨ ਦੀ ਗੱਲ ਕਰੀਏ ਤਾਂ 95% ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਚੰਡੀਗੜ੍ਹ ਪ੍ਰੈਸ ਕਲੱਬ 'ਚ ਹੋ ਰਹੀ ਹੈ। ਤਾਂ ਇੱਥੇ ਇੱਕ ਲੋਕਾਂ ਨੂੰ ਪਲੇਟਫਾਰਮ ਮਿਲ ਰਿਹਾ ਕਿ ਆਪਣੀ ਆਵਾਜ਼ ਜਿਹੜੀ ਹੈ ਉਹ ਮੀਡੀਆ ਦੇ ਅੱਗੇ ਰੱਖ ਸਕਦੇ ਆ, ਔਰ ਉਹ ਫਿਰ ਮੀਡੀਆ ਜਿਹੜੀ ਹੈ ਉਹ ਆਵਾਜ਼ ਜਿੱਥੇ ਤੱਕ ਪਹੁੰਚਣੀ ਚਾਹੀਦੀ ਹੈ ਉੱਥੇ ਤੱਕ ਪਹੁੰਚਾ ਰਿਹਾ। ਤਾਂ ਉਹਦੇ ਵਾਸਤੇ ਸਾਡੇ ਕੋਲ ਪ੍ਰੈਸ ਕਾਨਫਰੰਸ ਰੂਮਸ ਹੈਗੇ ਆ, ਔਰ ਜਰਨਲਿਸਟ ਦੀ ਫੈਮਿਲੀ ਵਾਸਤੇ ਕਿਉਂਕਿ ਇੱਕ ਸੋਸ਼ਲ ਜਿਹੜੀ ਸਿਕਿਉਰਿਟੀ ਵੀ ਹੈ ਚੰਡੀਗੜ੍ਹ ਪ੍ਰੈਸ ਕਲੱਬ ਦਿੰਦਾ ਹੈ। ਕਿਉਂਕਿ ਜਿਹੜੀ ਇਹ ਪ੍ਰੋਫੈਸ਼ਨ ਹੈ ਇਹ ਕੋਈ ਬਹੁਤ ਹੀ ਹਾਈਲੀ ਪੇਡ ਪ੍ਰੋਫੈਸ਼ਨ ਨਹੀਂ ਹੈ, ਲਿਮਿਟਿਡ ਰਿਸੋਰਸਿਸ ਹੈਗੇ ਆ। ਤਾਂ ਜਿਹੜੇ ਜਰਨਲਿਸਟ ਹੈ, ਤਾਂ ਮੈਨੂੰ ਲੱਗਦਾ ਕਿ 95% ਜਿਹੜੇ ਜਰਨਲਿਸਟ ਹੈ ਉਹ ਕਿਸੇ ਹੋਰ ਕਲੱਬ ਦੇ ਮੈਂਬਰਸ਼ਿਪ ਅਫੋਰਡ ਨਹੀਂ ਕਰ ਸਕਦੇ। ਜਿਹੜੇ 5% ਵੀ ਹੈਗੇ ਉਹ ਹੈ ਕਿ ਵੀ ਅਗਰ ਕਿਸੇ ਦੀ ਬਹੁਤ ਸੈਲਰੀਜ਼ ਜ਼ਿਆਦਾ, ਅਗਰ ਐਡੀਟਰ ਲੈਵਲ ਤੇ ਹੈ ਜਾਂ ਕੋਈ ਫੈਮਿਲੀ ਉਹ ਬਹੁਤ ਸਟਰੋਂਗ ਹੈਗਾ। ਕਿਉਂਕਿ ਅਗਰ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇੱਥੇ ਇੱਕ ਹੈਗਾ ਚੰਡੀਗੜ੍ਹ ਗੋਲਫ ਕਲੱਬ, ਇੱਕ ਚੰਡੀਗੜ੍ਹ ਕਲੱਬ। ਤਾਂ ਜਿਹੜੇ ਬਿਜ਼ਨਸਮੈਨ ਹੈ ਜਾਂ ਉਸ ਸੁਸਾਇਟੀ ਦੇ ਸਟੇਟਸ ਆਉਂਦੇ ਹੈ ਉਸ ਕਲੱਬ ਦੇ ਮੈਂਬਰ ਹੈਗੇ ਆ, ਹਾਂਜੀ, ਜਾਂ ਐਲੀਟ ਕਲਾਸ ਕਹਿ ਲਈਏ, ਜਾਂ ਇੱਕ ਫੌਜੀਆਂ ਦਾ ਕਲੱਬ ਹੈ, ਫੌਜੀਆਂ 'ਚ ਵੀ ਅਫਸਰਾਂ ਦਾ ਕਲੱਬ। ਤਾਂ ਉਹਦੇ ਇਲਾਵਾ ਇੱਕ ਚੰਡੀਗੜ੍ਹ ਪ੍ਰੈਸ ਕਲੱਬ ਇੱਕ ਪ੍ਰਿਵਿਲੇਜ ਦਿੰਦਾ ਕਿ ਇੱਕ ਜਰਨਲਿਸਟ ਜਿਹੜਾ ਉਹਨੂੰ ਇੱਕ ਕਲੱਬ ਦਾ ਇੱਕ ਮੈਂਬਰ ਹੈ। ਤਾਂ ਇਹ ਬਹੁਤ ਵੱਡੀ ਸੋਸ਼ਲ ਸਿਕਿਉਰਿਟੀ ਹੈ। ਉਹਦੇ ਇਲਾਵਾ ਜਿਹੜਾ ਇੱਥੇ ਰੈਸਟੋਰੈਂਟ ਸਰਵ ਹੁੰਦਾ ਹੈ, ਇਹਦੇ 'ਚ ਸਬਸਿਡਾਈਜ਼ ਫੂਡ ਦਿੱਤਾ ਜਾਂਦਾ ਹੈ। ਔਰ ਅਗਰ ਸਿਰਫ ਅਸੀਂ ਉਸ ਫੂਡ ਦੀ ਗੱਲ ਕਰੀਏ ਤਾਂ ਉਹ ਅਗਰ ਉਹ ਲਾਸਟ ਮੈਂਬਰਸ ਨੂੰ ਦਿੱਤਾ ਜਾ ਰਿਹਾ, ਤਾਂ ਉਹਦਾ ਜਿਹੜਾ ਮੇਕਅਪ ਹੈ ਉਹ ਅਸੀਂ ਪ੍ਰੈਸ ਕਾਨਫਰੰਸ ਤੋਂ ਕਰਦੇ ਹਾਂ ਪੂਰਾ। ਤਾਂ ਜਿਹੜੀ ਅਗਰ ਦੁਬਾਰਾ ਮੈਂ ਸੈਲਰੀਜ਼ ਦੀ ਗੱਲ ਕਰਾਂ ਤਾਂ ਸ਼ਾਇਦ ਇੱਕ ਜਰਨਲਿਸਟ ਜਿਹੜਾ ਆਪਣੀ ਫੈਮਿਲੀ ਨੂੰ 4 ਵਾਰੀ ਇੱਕ ਫਾਈਨ ਡਾਈਨਿੰਗ ਨਹੀਂ ਅਫੋਰਡ ਕਰ ਸਕਦਾ, ਲੇਕਿਨ ਪ੍ਰੈਸ ਕਲੱਬ 'ਚ ਉਹ ਮਹੀਨੇ 4 ਵਾਰੀ ਆ ਸਕਦਾ ਹੈ, ਜ਼ਿਆਦਾ ਵਾਰ ਵੀ ਆ ਸਕਦਾ ਕਿਉਂਕਿ ਇੱਥੇ ਰੇਟ ਬੜੇ ਸਬਸਿਡਾਈਜ਼ਡ ਹੈ। ਤਾਂ ਇਹ ਸਾਰੀ ਸੋਸ਼ਲ ਸਿਕਿਉਰਿਟੀ ਹੈ, ਕਿਉਂਕਿ ਜਦੋਂ ਬੰਦੇ ਨੂੰ ਇੱਕ ਸੋਸ਼ਲ ਸਿਕਿਉਰਿਟੀ ਮਿਲੇਗੀ ਤਾਂ ਉਹ ਪ੍ਰੋਫੈਸ਼ਨ ਨਾਲ ਹੋਰ ਜੁੜਿਆ ਰਹੇਗਾ। ਅਸੀਂ ਕਿਸੇ ਵੀ ਪ੍ਰੋਫੈਸ਼ਨ ਜਾਂਦੇ ਹਾਂ ਤਾਂ ਉਸ ਪ੍ਰੋਫੈਸ਼ਨ 'ਚ ਕਿਉਂ ਜਾਂਦੇ ਹਾਂ ਕਿ ਉੱਥੇ ਸਾਨੂੰ ਇੱਕ ਰਿਸਪੈਕਟ ਮਿਲੇਗੀ, ਸਾਡੀ ਰੈਪੂਟੇਸ਼ਨ ਹੋਏਗੀ, ਲੇਕਿਨ ਸਾਨੂੰ ਇੰਨੇ ਫਾਈਨੈਂਸ਼ੀਅਲ ਸਪੋਰਟ ਵੀ ਮਿਲੇਗੀ ਤਾਂ ਕਿ ਅਸੀਂ ਆਪਣੇ ਆਪ ਨੂੰ, ਆਪਣੀ ਫੈਮਿਲੀ ਨੂੰ ਵੀ ਸਪੋਰਟ ਕਰ ਸਕੀਏ। ਅੱਛਾ, ਜਿਹੜੇ ਮੈਂਬਰਸ਼ਿਪ ਲੈਣ ਲਈ ਕੀ ਕੀ ਰਿਕੁਆਇਰਮੈਂਟਸ ਹੁੰਦੀਆਂ ਨੇ ਜਿਹੜੇ ਕੋਈ ਪੱਤਰਕਾਰ ਇੱਥੇ ਮੈਂਬਰ ਬਣਦਾ ਪ੍ਰੈਸ ਕਲੱਬ ਦਾ? ਦੇਖੀਏ, ਉਹਦੇ 'ਚ ਸਾਡਾ ਇੱਕ ਕੌਨਸਟੀਟਿਊਸ਼ਨ ਹੈ, ਕੌਨਸਟੀਟਿਊਸ਼ਨ 'ਚ ਰੂਲਸ ਹੈਗੇ ਆ, ਤਾਂ ਉਸ ਹਿਸਾਬ ਨਾਲ ਮੈਂਬਰਸ਼ਿਪ ਦਿੱਤੀ ਜਾਂਦੀ ਹੈ। ਜਿਹੜਾ ਮੈਂਬਰ ਹੁੰਦਾ ਉਹ ਸਵਿਮਿੰਗ ਪੂਲ
ਬਾਰ ਐਵਰੀਥਿੰਗ ਉਹਦੇ ਲਈ ਯੂਜ਼ ਕਰ ਉਹ ਸਕਦਾ, ਸਾਰੀ ਫੈਸਿਲਿਟੀਜ਼ ਇੱਕ ਮਿਨੀਮਮ ਕਾਸਟ ਰੱਖੀ ਹੋਈ ਹੈ, ਕਾਸਟ ਉਹ ਸਬਸਿਡਾਈਜ਼। ਸਬਸਿਡਾਈਜ਼ ਕਾਸਟ ਹੈ, ਉਹ ਚੀਜ਼ ਕਰਕੇ ਯੂਜ਼ ਕਰ ਸਕਦਾ ਹੈ। ਹੂੰ। ਜਿਹੜਾ ਸਾਡਾ ਮੈਂਬਰ, ਅਗਰ ਤੁਸੀਂ ਸਵਿਮਿੰਗ ਪੂਲ ਦੀ ਗੱਲ ਕਰ ਰਹੇ ਹੋ ਹੂੰ। ਤਾਂ ਸ਼ਾਇਦ ਉਹਨੂੰ ਉਹਦੀ ਫੈਮਿਲੀ ਨੂੰ 300 ਰੁਪਏ ਦੇਣੇ ਪੈਂਦੇ ਮਹੀਨੇ ਵਾਸਤੇ, ਤਾਂ ਉਹ ਕਲੱਬ ਦੀ ਸਵਿਮਿੰਗ ਪੂਲ ਅਗਰ ਉਹ 4 ਜਾਂ 5 ਬੰਦਿਆਂ ਦੀ ਫੈਮਿਲੀ ਹੈਗੀ ਹੈ ਤਾਂ ਉਹ ਯੂਜ਼ ਕਰ ਸਕਦੇ ਆ। ਬਾਹਰ 301 ਬੰਦੇ ਦਾ ਲੈਂਦੇ ਆ। ਨਹੀਂ, 300 1 ਘੰਟੇ ਦਾ ਹੁੰਦਾ ਜੀ, ਇੱਕ ਘੰਟੇ ਦਾ ਮੈਂ ਲੈਂਦੇ ਇੱਥੇ ਮਹੀਨੇ ਦੀ ਗੱਲ ਕਰ ਰਿਹਾ, 30 ਦਿਨ ਦੀ। ਹਾਂ, ਮੈਂ ਉਹੀ ਗੱਲ ਕਰ ਰਹੀ ਸੀ ਹਾਂਜੀ। ਵੀ ਇੱਥੇ ਫੈਮਿਲੀ ਨੂੰ ਦੇ ਰਹੇ ਆ ਪੂਰੇ ਮਹੀਨੇ ਵਾਸਤੇ, ਬਾਹਰ। ਪਰ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦੱਸਦਾ, ਕਿਉਂਕਿ ਅੱਜ ਹੈਗੀ ਹੈ 2023, ਹਾਂਜੀ। ਤਾਂ ਇਹ ਚੀਜ਼ਾਂ ਕੋਈ ਰੀਸੈਂਟ ਟਾਈਮ 'ਚ ਨਹੀਂ ਬਣੀ, ਇਹ ਪਿੱਛੋਂ ਹੀ ਬਣੀ ਆ ਰਹੀ ਹੈ। ਤਾਂ ਇਹਦੇ 'ਚ, ਕਿਉਂਕਿ ਮੈਂ ਹਰ ਵਾਰ ਤਾਂ ਹੀ ਕਹਿ ਰਿਹਾ ਕਿ ਸਾਡੇ ਸੀਨੀਅਰਸ ਦਾ ਬਹੁਤ ਇਹਦੇ 'ਚ ਕੰਟਰੀਬਿਊਸ਼ਨ ਹੈ, ਕਿਉਂਕਿ ਜਿਹੜੀ ਸਵਿਮਿੰਗ ਪੂਲ ਬਣਿਆ, ਸਵਿਮਿੰਗ ਪੂਲ ਅਰਲੀ 90s 'ਚ ਬਣਿਆ, ਉਹਦੇ ਬਾਅਦ ਲਾਨ ਟੈਨਿਸ ਕੋਰਟ ਐਡ ਹੋਇਆ, ਫਿਰ ਜਿਹੜੀ ਟੀਮ ਆਂਦੀ ਹੈ ਉਹਦੇ ਕੋਲ ਜਿਹੜੇ ਰਿਸੋਰਸਿਸ ਹੁੰਦੇ ਆ ਤਾਂ ਉਹ ਕੋਈ ਨਾ ਕੋਈ ਐਡੀਸ਼ਨ ਕਰ ਦਿੰਦੀ ਹੈ ਕਲੱਬ 'ਚ। ਹੁਣ ਜਿਸ ਤਰ੍ਹਾਂ ਲਾਇਬ੍ਰੇਰੀ ਹੈ ਕਲੱਬ 'ਚ, ਲਾਇਬ੍ਰੇਰੀ ਦਾ ਸਿਵਲ ਸਟਰਕਚਰ ਬਣ ਗਿਆ, ਬਸ ਹੁਣ ਉਹਦੇ 'ਚ ਇੱਕ ਉਹਨੂੰ ਲਾਇਬ੍ਰੇਰੀ ਦੀ ਸ਼ੇਪ ਦੇਣੀ ਹੈ, ਔਰ ਇੱਕ ਮੀਡੀਆ ਸੈਂਟਰ ਹੈ, ਸਾਡੇ ਕੋਲ ਜਿਮ ਹੈ ਇੱਥੇ। ਅੱਛਾ, ਜਿਮ ਵੀ ਹੈ ਜੀ। ਫਿਰ ਤਾਂ ਸਾਰੀਆਂ ਜਿਹੜੀਆਂ ਸਹੂਲਤਾਂ ਹਾਂ, ਜੋ ਇੱਕ ਦਿੱਤੀਆਂ ਹੋਈਆਂ। ਅੱਛੇ ਕਲੱਬ 'ਚ ਇੱਕ ਸੁਵਿਧਾएं ਹੁੰਦੀ ਹੈ ਉਹ ਵੀ ਇੱਥੇ ਮਿਲ ਰਹੀ ਹੈ, ਔਰ ਨਾਲ ਇੱਕ ਪ੍ਰੋਫੈਸ਼ਨਲ ਕਲੱਬ ਹੈ ਕਿ ਇਹ ਕਲੱਬ ਜਿਹੜਾ ਹੈ ਜਰਨਲਿਸਟਾਂ ਦਾ ਕਲੱਬ ਹੈ, ਤਾਂ ਉਹਨਾਂ ਨੂੰ ਪ੍ਰੋਫੈਸ਼ਨਲੀ ਵੀ ਅਗਰ ਕਿਤੇ ਕਿਸੇ ਚੀਜ਼ ਦੀ ਸਪੋਰਟ ਦੀ ਜ਼ਰੂਰਤ ਹੈ ਉਹ ਵੀ ਕਲੱਬ ਪੂਰਾ ਕਰਦਾ ਹੈ। ਇੱਥੇ ਜਰਨਲਿਸਟਿਕ ਇਨਹਾਂਸਮੈਂਟ ਵਾਸਤੇ ਵਰਕਸ਼ਾਪਸ ਹੁੰਦੀਆਂ, ਅਸੀਂ ਗੈਸਟ ਲੈਕਚਰਸ ਬੁਲਾਉਂਦੇ ਹਾਂ, ਰਾਜਦੀਪ ਸਰਦੇਸਾਈ ਹੋ ਗਏ, ਪੰਕਜ ਪਚੌਰੀ ਜੀ ਹੋ ਗਏ, ਪੀ ਸਾਈਨਾਥ, ਐਸ ਨਿਹਾਲ ਸਿੰਘ, ਅਰੁਣ ਸ਼ੌਰੀ, ਸਾਰੇ ਅਸੀਂ ਟਾਈਮ ਟੂ ਟਾਈਮ ਬੁਲਾਉਂਦੇ ਰਹਿੰਦੇ ਆ। ਉਹ ਆਪਣੇ ਜਿਹੜਾ ਐਕਸਪੀਰੀਅੰਸ ਹੈ ਉਹ ਯੰਗਸਟਰਸ ਨਾਲ, ਮਿਡ ਕੈਰੀਅਰ ਜਰਨਲਿਸਟ ਨਾਲ ਸ਼ੇਅਰ ਕਰਦੇ ਆ। ਦੁਗਲ ਸਾਹਿਬ, ਜਿਵੇਂ ਗਵਰਨਮੈਂਟ ਦਾ ਜਿਹੜਾ ਰੋਲ ਹੁੰਦਾ, ਗਵਰਨਮੈਂਟ ਵੀ ਇਦਾਂ ਦੀਆਂ ਸੰਸਥਾਵਾਂ ਨੂੰ ਸਪੋਰਟ ਕਰਦੀ ਹੈ ਤਾਂ ਕਿ ਸਾਡੇ ਦੇਸ਼ ਦਾ ਜਿਹੜਾ ਡੈਮੋਕ੍ਰੈਟਿਕ ਸਟਰਕਚਰ ਹੈ ਉਹ ਖੜਾ ਰਹੇ ਕਿਸ ਤਰੀਕੇ ਨਾਲ। ਕੀ ਇਸ ਪ੍ਰੈਸ ਕਲੱਬ ਨੂੰ ਵੀ ਗਵਰਨਮੈਂਟ ਵੱਲੋਂ ਸਮੇਂ-ਸਮੇਂ ਇਮਦਾਦ ਮਿਲਦੀ ਰਹਿੰਦੀ ਹੈ, ਕੋਈ ਸਪੋਰਟ ਮਿਲਦੀ ਹੈ? ਦੇਖिए, ਅਗਰ ਇਨੀਸ਼ੀਅਲ ਲੈਵਲ ਦੀ ਗੱਲ ਕੀਤੀ ਜਾਏ ਤਾਂ ਜਿਹੜੀ ਇਹ ਜਗ੍ਹਾ ਮਿਲੀ ਹੈ ਗਵਰਨਮੈਂਟ ਵੱਲੋਂ ਹੀ ਮਿਲੀ ਹੈ ਬਈ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ, ਅੱਛਾ, ਕਿਉਂਕਿ ਇਹ 1980 'ਚ ਮਿਲੀ ਹੈ, ਤਾਂ ਜਿਹੜਾ 1966 'ਚ ਇਹ ਯੂਟੀ ਬਣ ਗਿਆ ਸੀ ਚੰਡੀਗੜ੍ਹ ਜਿਹੜਾ। ਔਰ ਬਟ ਇਹ ਹੈ ਕਿ ਇਸ ਕਲੱਬ ਦੀ ਜਿਹੜੀ ਖਾਸੀਅਤ ਰਹੀ ਹੈ ਕਿ ਇੱਥੇ ਕਿਸੇ ਵੀ ਸਰਕਾਰ ਦੀ ਚਾਹੇ ਕੋਈ ਸਪੋਰਟ ਵੀ ਮਿਲਿਆ ਬਟ ਕੋਈ ਵੀ ਇੰਟਰਫੇरेंस ਨਹੀਂ ਰਹੀ, ਬਾਇਸਡ ਹੋ ਕੇ ਨਹੀਂ ਚੱਲਿਆ। ਹਾਂ, ਔਰ ਇਹ ਨਹੀਂ ਕਿ ਵੀ ਮੈਂ ਸਿਰਫ ਆਪਣੀ ਗੱਲ ਕਰ ਰਿਹਾ ਕਿ ਵੀ ਮੈਂ ਲਾਸਟ ਈਅਰ ਵੀ ਪ੍ਰੈਜ਼ੀਡੈਂਟ ਸੀਗਾ, ਹੁਣ ਵੀ ਪ੍ਰੈਜ਼ੀਡੈਂਟ ਆ, ਤਾਂ ਮੈਂ ਕਹਾਂ ਜੀ ਲਾਸਟ ਈਅਰ ਤੱਕ ਦੇ ਅਸੀਂ ਕਿਸੇ ਗਵਰਨਮੈਂਟ ਦੀ ਇੰਟਰਫੇरेंस ਨਹੀਂ ਰੱਖੀ, ਪਹਿਲੇ ਤਾਂ ਸਾਨੂੰ ਨਹੀਂ ਪਤਾ। ਲੇਕਿਨ ਜਿਹੜੇ ਵੀ ਇੱਥੇ ਗਵਰਨਿੰਗ ਕਾਉਂਸਲ ਰਹੀ ਹੈ, ਜਿਹੜੇ ਵੀ ਪ੍ਰੈਜ਼ੀਡੈਂਟ ਰਹੇ ਹੈ, ਉਹਨਾਂ ਦੇ ਪਰਸਨਲ ਲੈਵਲ ਤੇ ਕਿਸੇ ਸਰਕਾਰ ਨਾਲ, ਕਿਸੇ ਚੀਫ ਮਿਨਿਸਟਰ ਨਾਲ, ਮੰਤਰੀ ਨਾਲ ਕੋਈ ਵੀ ਸੰਬੰਧ ਰਹੇ ਹੋਣ, ਲੇਕਿਨ ਉਹਦੇ 'ਚ ਪ੍ਰੈਸ ਕਲੱਬ ਦੀ ਵਰਕਿੰਗ 'ਚ ਕਿਸੇ ਲੈਵਲ ਦੀ ਇੰਟਰਫੇरेंस ਨਹੀਂ ਰਹੀ। ਤਾਂ ਪ੍ਰੈਸ ਕਲੱਬ ਹਮੇਸ਼ਾ ਜਿਹੜਾ ਹੈ ਉਹ ਜਰਨਲਿਸਟਾਂ ਦੇ ਨਾਲ ਖੜਾ ਰਿਹਾ ਔਰ ਅੱਗੇ ਵੀ ਖੜਾ ਰਹੂਗਾ। ਮੇਰਾ ਅਗਲਾ ਕੁਐਸਚਨ ਇਹੀ ਸੀ ਵੈਸੇ, ਕਿ ਜਿੱਥੇ ਵੀ ਕਿਤੇ ਜਾਂਦੇ ਆ ਆਪਾਂ ਉੱਥੇ ਪੋਲੀਟੀਕਲ ਇੰਟਰਵੈਂਸ਼ਨ ਰਹਿੰਦੀ ਹੈ ਕਿ ਇਸ ਪ੍ਰੈਸ ਕਲੱਬ ਦੀ ਚੋਣ ਦੇ ਵਿੱਚ ਜਾਂ ਇੱਥੋਂ ਦੀ ਜਿਹੜੀ ਕਮੇਟੀ ਇਹਨੂੰ ਮੈਨੇਜ ਕਰ ਰਹੀ ਹੈ ਉਹਦੇ ਵਿੱਚ ਵੀ ਪੋਲੀਟੀਕਲ ਇੰਟਰਵੈਂਸ ਕਦੇ ਹੋਈ ਹੈ? ਨਹੀਂ, ਇੱਥੇ ਦੇਖੋ ਜਰਨਲਿਸਟ ਜਿਹੜਾ ਉਹ ਕੋਈ ਬਈ ਡੰਮੀ ਜਰਨਲਿਸਟ ਬਣ ਕੇ ਰਹਿਣਾ ਨਹੀਂ ਚਾਹੁੰਦਾ। ਤਾਂ ਇੱਥੇ ਦੀ ਜਿਹੜੀ ਵੀ ਗਵਰਨਿੰਗ ਕਾਉਂਸਲ ਹੈ ਜਾਂ ਪਹਿਲੇ ਵੀ ਰਹੀ ਹੈ, ਉਹਨਾਂ ਨੇ ਆਪਣੇ ਹਿਸਾਬ ਨਾਲ, ਆਪਣੀ ਵਿਜ਼ਡਮ ਨਾਲ ਹੀ ਡਿਸੀਜਨ ਲਿੱਤੇ ਆ। ਕੋਈ ਉਹਨਾਂ ਦਾ ਇਹ ਨਹੀਂ ਰਿਹਾ ਕਿ ਬਈ ਕੋਈ ਸਰਕਾਰ ਉਹਨਾਂ ਨੂੰ ਮੋਟੀਵੇਟ ਕਰੇਗੀ ਜਾਂ ਉਹਨਾਂ ਦਾ ਕੋਈ ਏਜੰਡਾ ਡਰਿਵਨ ਚੀਜ਼ ਨਹੀਂ ਰਹੀ ਹੈ। ਤਾਂ ਸਰਕਾਰ ਦੀ ਚੋਣਾਂ 'ਚ ਵੀ ਕੋਈ ਇਨਵੋਲਵਮੈਂਟ ਨਹੀਂ ਰਹਿੰਦੀ ਔਰ ਫੰਕਸ਼ਨਿੰਗ 'ਚ ਵੀ ਕੋਈ ਇਨਵੋਲਵਮੈਂਟ ਨਹੀਂ ਰਹਿੰਦੀ। ਇਸ ਤੋਂ ਬਿਨਾਂ ਹੋਰ ਪ੍ਰੈਸ ਕਲੱਬ ਬਾਰੇ ਕੋਈ ਜਾਣਕਾਰੀ ਦੇਣਾ ਚਾਹੋ? ਜਾਂ ਇੱਕ ਦੇਖिए, ਮੈਂ ਉਹੀ ਕਹਿ ਰਿਹਾ ਕਿ ਮੰਨ ਲਓ ਪ੍ਰੈਸ ਕਿਸੇ ਵੀ ਸਾਡੇ ਜਰਨਲਿਸਟ ਨੂੰ ਕੋਈ ਤਕਲੀਫ ਹੁੰਦੀ ਹੈ ਜਾਂ ਸਰਕਾਰ, ਹੁਣ ਰੀਸੈਂਟਲੀ ਕਈ ਜਿਹੜੇ ਇੰਡੀਪੈਂਡੈਂਟ ਜਰਨਲਿਸਟ ਵੀ ਹੈਗੇ ਆ ਉਹਨਾਂ ਦੇ ਟਵਿੱਟਰ ਅਕਾਊਂਟ ਨੂੰ ਵਿਦਹੈਲਡ ਕੀਤਾ ਗਿਆ ਜਾਂ ਕਈ ਚੈਨਲਸ ਨੂੰ ਬਲੌਕ ਕੀਤਾ ਗਿਆ, ਤਾਂ ਅਸੀਂ ਸਮੇਂ-ਸਮੇਂ ਦੇ ਨਾਲ ਉਹ ਆਵਾਜ਼ ਵੀ ਉਠਾਉਂਦੇ ਆ, ਉਹਨਾਂ ਨਾਲ ਵੀ ਖੜੇ ਹੁੰਦੇ ਆ। ਔਰ ਕੋਈ ਵੀ ਅਗਰ ਸਾਡੇ ਜਰਨਲਿਸਟ ਨੂੰ ਤਕਲੀਫ ਹੈ ਕਿਸੇ ਤਰੀਕੇ ਦੀ ਵੀ, ਤਾਂ ਪ੍ਰੈਸ ਕਲੱਬ ਐਜ਼ ਅ ਇੰਸਟੀਟਿਊਸ਼ਨ ਉਹ ਆਪਣੀ ਫੈਟਰਨਿਟੀ ਨੂੰ ਸਪੋਰਟ ਕਰਦਾ ਹੈ, ਕਿਉਂਕਿ ਇਹ ਮੀਡੀਆ ਦਾ ਹੀ ਕਲੱਬ ਹੈ, ਮੀਡੀਆ ਵਾਸਤੇ ਹੀ ਕਲੱਬ। ਅੱਜ ਵੀ ਹੋ ਰਿਹਾ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਖਬਰਾਂ ਆਈਆਂ ਨੇਗੀਆਂ, ਬਹੁਤ ਸਾਰੇ ਚੈਨਲਾਂ ਦੇ ਉੱਤੋਂ ਸਟੋਰੀਜ਼ ਡਿਲੀਟ ਕੀਤੀਆਂ ਗਈਆਂ ਨੇ, ਪੱਤਰਕਾਰਾਂ ਨੂੰ ਵੀ ਅਰੈਸਟ ਕੀਤਾ ਗਿਆ। ਜਦੋਂ ਪੰਜਾਬ ਦੇ ਵਿੱਚ ਅੰਮ੍ਰਿਤਪਾਲ ਦਾ ਜਿਹੜਾ ਦੌਰ ਸਾਰਾ ਵਰਤਾਰਾ ਵਾਪਰਿਆ, ਉਸ ਸਮੇਂ ਜਦੋਂ ਇਹ ਸਾਰਾ ਕੁਝ ਮੀਡੀਆ ਨਾਲ ਹੋਇਆ,
ਪ੍ਰੈਸ ਕਲੱਬ ਵੱਲੋਂ ਹਾਂ ਦਾ ਨਾਰਾ ਮਾਰਿਆ ਗਿਆ। ਨਹੀਂ ਦੇਖੀਏ, ਬਿਲਕੁਲ ਮਾਰਿਆ ਗਿਆ। ਦੇਖੋ ਔਰ ਇਹਦੇ ਤੁਸੀਂ ਵੀ ਕੰਟਰੀਬਿਊਟ ਕੀਤਾ ਹੋਣਾ, ਬਿਲਕੁਲ ਤੁਹਾਡਾ ਜੀ, ਵੀ ਅਸੀਂ ਤਾਂ- ਜਿਹੜਾ ਸਾਡਾ ਪ੍ਰੋਫੈਸ਼ਨ ਜਦੋਂ ਹੈ ਜਦੋਂ ਤੁਹਾਡਾ ਪ੍ਰੋਫੈਸ਼ਨ ਹੈ ਤਾਂ ਸਾਡਾ ਵੀ ਪ੍ਰੋਫੈਸ਼ਨ ਹੈ। ਠੀਕ ਤਾਂ ਹੈ। ਉਹ ਦੇਖੋ, ਨਾ ਮੈਂ ਤੁਹਾਡੇ ਤੇ ਸ਼ੱਕ ਕਰ ਸਕਦਾ, ਨਾ ਮੈਂ ਕਹਾਂਗਾ ਕਿ ਤੁਸੀਂ ਸਾਡੇ ਤੇ ਸ਼ੱਕ ਕਰੋ। ਨਹੀਂ ਤੇ ਤਾਂ ਅਸੀਂ ਸ਼ੱਕ ਮੈਂ ਸਿਰਫ ਮੈਂ ਵੀ ਕਹਿ ਜਾਣਨਾ ਚਾਹੁੰਦਾ ਸੀ ਨਹੀਂ, ਕਿਉਂਕਿ ਮੈਂ ਇੱਥੇ ਤੁਹਾਨੂੰ ਮਿਲਿਆ ਹਾਂ ਨਹੀਂ, first time ਅਸੀਂ ਮਿਲਿਆ। ਹਰ ਚੀਜ਼ ਵਾਸਤੇ, ਹੂੰ, ਉਹ ਕੋਈ ਵੀ ਦੌਰ ਹੋਏ, ਹਾਂਜੀ ਜਰਨਲਿਸਟਾਂ ਦੇ ਇਹ ਕਲੱਬ ਜਰਨਲਿਸਟਾਂ ਦੇ ਨਾਲ ਖੜਾ ਹੈ। ਇਹ ਕਲੱਬ ਹੀ ਜਰਨਲਿਸਟਾਂ ਦਾ ਜੀ, ਠੀਕ ਹੈ ਜੀ। ਔਰ ਚਲਾ ਵੀ ਜਰਨਲਿਸਟ ਰਹੇ ਆ, ਹੂੰ। ਔਰ ਜਰਨਲਿਸਟਾਂ ਵਾਸਤੇ ਚਲਾ ਰਹੇ ਆ। ਅੱਛਾ, ਇੱਕ ਆਖਰੀ ਮੇਰਾ ਸਵਾਲ ਆ ਵੀ ਜੀ। ਜਿਵੇਂ ਐਡੀ ਵੱਡੀ ਸੰਸਥਾ, ਇੰਨਾ ਖਰਚਾ ਇੱਥੇ ਹੁੰਦਾ ਆ ਹਰ ਚੀਜ਼ ਲਈ, ਵੀ ਇਹ ਫਾਈਨਾਂਸ ਕਿੱਥੋਂ ਆਉਂਦਾ, ਦੇਖੀਏ, ਕਿੱਦਾਂ ਮੈਨੇਜ ਹਾਂ, ਕਰਦੇ ਹੋ? ਇਹ ਜਿਹੜਾ ਕਲੱਬ ਹੈ ਇਹ ਫਾਈਨੈਂਸ਼ੀਅਲੀ ਵਾਇਬਲ ਹੈ, ਹੂੰ। ਔਰ ਉਹਦੇ 'ਚ ਸਾਨੂੰ ਫਕਰ ਵੀ ਹੁੰਦਾ। ਹੂੰ। ਔਰ ਅੱਜ ਦਾ ਜਿਹੜਾ ਦੌਰ ਹੈ, ਉਸ ਦੌਰ 'ਚ ਇਹ ਰਹਿੰਦਾ ਕਿ ਵੀ ਸਰਕਾਰ ਮੀਡੀਆ ਦੀ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹੂੰ। ਤਾਂ ਸਾਡਾ ਇਹ ਰਹਿੰਦਾ ਕਿ ਬਈ ਅਸੀਂ ਸਰਕਾਰ ਨੂੰ ਕੋਈ ਇਸ ਤਰ੍ਹਾਂ ਦਾ ਅਪਰੋਚ ਨਾ ਕਰੀਏ ਕਿ ਸਾਨੂੰ ਡੇ ਟੂ ਡੇ ਫੰਕਸ਼ਨਿੰਗ ਵਾਸਤੇ ਸਪੋਰਟ ਚਾਹੀਦਾ। ਹੂੰ। ਉਹ ਕਲੱਬ ਡੇ ਟੂ ਡੇ ਫੰਕਸ਼ਨਿੰਗ ਵਾਸਤੇ ਆਪਣੇ ਆਪ ਕਰਦੀ ਹੈ। ਹੂੰ। ਠੀਕ ਹੈ, ਇਹ ਸੋਸਾਇਟੀ ਦਾ ਹਿੱਸਾ ਹੈ, ਇੱਕ ਡੈਮੋਕ੍ਰੇਸੀ ਦਾ ਪਿਲਰ ਹੈ। ਅਗਰ ਕੋਈ ਗਵਰਨਮੈਂਟ ਜਾਂ ਕੋਈ ਸੰਸਥਾ ਇਹਨੂੰ ਕਿਸੇ ਲੈਵਲ ਤੇ ਸਪੋਰਟ ਕਰਨਾ ਚਾਹੁੰਦੀ ਹੈ ਜਾਂ ਕੋਈ ਇਨਫਰਾਸਟ੍ਰਕਚਰ ਕ੍ਰੀਏਟ ਕਰਨ ਵਾਸਤੇ, ਉਹ ਹਮੇਸ਼ਾ ਵੈਲਕਮ ਰਿਹਾ, ਬਟ ਨਾਟ ਐਟ ਦਾ ਕਾਸਟ ਆਫ ਜਰਨਲਿਜ਼ਮ। ਤਾਂ ਇੱਥੇ ਜਿਹੜਾ ਖਾਣਾ ਵੀ ਹੈ ਬਹੁਤ ਸਬਸਿਡਾਈਜ਼ਡ ਰੇਟ ਹੈ, ਮੈਂਬਰਸ਼ਿਪ ਫੀਸ ਵੀ ਬਹੁਤ ਲਿਮਿਟਿਡ ਹੈ, ਲੇਕਿਨ ਪ੍ਰੈਸ ਕਾਨਫਰੰਸਿਸ ਜਿਹੜੀ ਹੈ ਉੱਥੋਂ ਥੋੜਾ ਰੈਵਨਿਊ ਅਰਨ ਕਰਦੇ ਆ, ਔਰ ਉਹ ਜਿਹੜਾ ਸਬਸਿਡਾਈਜ਼ਡ ਜਿੰਨਾ ਅਸੀਂ ਪੈਸਾ ਉੱਥੇ ਦਿੰਦੇ ਆ ਸਬਸਿਡੀਜ਼, ਉਹ ਉਹਨੂੰ ਮੈਚ ਕਰਕੇ ਥੋੜਾ ਬਹੁਤ ਪ੍ਰੋਫਿਟ ਤੇ ਆ ਜਾਂਦਾ। ਹੁਣ ਲਾਸਟ ਈਅਰ ਅਗਰ ਫਾਈਨੈਂਸ਼ੀਅਲ ਈਅਰ ਦੀ ਗੱਲ ਕਰੀਏ ਤਾਂ ਲਗਭਗ 500 ਪ੍ਰੈਸ ਕਾਨਫਰੰਸ ਹੋਈ ਹੈ ਸਾਲ 'ਚ। ਤਾਂ ਟਰਾਈ ਸਿਟੀ ਦੀ 90-95% ਪ੍ਰੈਸ ਕਾਨਫਰੰਸ ਇੱਥੇ ਹੁੰਦੀ ਹੈ, ਕਿਉਂਕਿ ਜਰਨਲਿਸਟ ਨੂੰ ਇਹ ਲੱਗਦਾ ਕਿ ਇਹ ਮੇਰੀ ਆਪਣੀ ਜਗ੍ਹਾ ਹੈ। ਹੁਣ ਤੁਸੀਂ ਆਪਣਾ ਦੇਖੋ, ਘਰ ਹੈ। ਅੱਜ ਵੀ ਅਗਰ ਆਪਾਂ ਜਰਨਲਿਸਟ ਦੀ ਇਸ ਰੀਜਨ 'ਚ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਸ਼ਾਇਦ 50% ਟੂ ਵੀਲਰਸ ਯੂਜ਼ ਕਰਦੇ ਹੋਣੇ ਆ, ਨੰਬਰ ਥੋੜਾ ਜ਼ਿਆਦਾ ਵੀ ਹੋ ਸਕਦਾ। ਤਾਂ ਜਦੋਂ 5 ਸਟਾਰ ਹੋਟਲ ਜਾਂਦੇ ਆ ਤਾਂ ਉੱਥੇ ਟੂ ਵੀਲਰਸ ਨੂੰ ਅਲਾਉ ਹੀ ਨਹੀਂ ਕਰਦੇ ਕਿ ਜੀ ਉਹਦੀ ਵੱਖਰੀ ਪਾਰਕਿੰਗ ਹੈ ਜਾਂ ਬਾਹਰ ਕਰੋ। ਤਾਂ ਉਹ ਪਹਿਲੇ ਇੱਕ ਸ਼ੋ ਹੋ ਜਾਂਦਾ ਕਿ ਵੀ ਤੁਸੀਂ, ਤੁਹਾਡਾ ਜਿਹੜਾ ਸਟੇਟਸ ਹੈ ਵੀ ਸ਼ਾਇਦ ਇੱਥੇ ਦੇ ਇੱਕ ਡਿਸਪੈਰਿਟੀ ਹੈ। ਤਾਂ ਠੀਕ ਹੈ, ਚਲੋ ਕਿਸੇ ਦੀ ਮਜਬੂਰੀ ਹੈ ਕਿਉਂਕਿ ਆਫੀਸ਼ੀਅਲ ਕਮਿਟਮੈਂਟ ਹੈ ਜਾਂ ਕੋਈ ਇਸ ਤਰ੍ਹਾਂ ਵੀ ਉੱਥੇ ਜਾਣਾ ਜ਼ਰੂਰੀ ਹੈ, ਤਾਂ ਲੇਕਿਨ ਅਦਰਵਾਈਜ਼ ਬੰਦਾ ਅਵੋਇਡ ਹੀ ਕਰਦਾ। ਤਾਂ ਜਿਹੜੇ ਹੁਣ ਪ੍ਰੈਸ ਕਾਨਫਰੰਸ ਕਰ ਰਹੇ ਆ ਉਹ ਵੀ ਇਹ ਚੀਜ਼ ਸਮਝ ਰਹੇ ਆ ਕਿ ਯਾਰ ਪ੍ਰੈਸ ਕਲੱਬ ਇਹ ਜਰਨਲਿਸਟਾਂ ਦਾ ਆਪਣਾ ਘਰ ਹੈ, ਇੱਥੇ ਹੀ ਪ੍ਰੈਸ ਕਾਨਫਰੰਸ ਕਰੋ, ਇੱਥੇ ਜਰਨਲਿਸਟ ਨੂੰ ਕੋਈ ਪਾਰਕਿੰਗ ਦੀ ਕੋਈ ਉਹ ਨਹੀਂ ਹੈ, ਇੱਥੇ ਕੋਈ ਡਿਸਪੈਰਿਟੀ ਨਹੀਂ ਹੈ। ਔਰ ਇੱਥੇ ਜਿਹੜੀ ਸਾਡੀ ਮੈਂਬਰਸ਼ਿਪ ਵੀ ਹੈ, ਉਹ ਅਗਰ ਰੈਗੂਲਰ ਮੈਂਬਰ ਹੈ, ਈਵਨ ਸਾਡੇ ਸੰਸਥਾਨ 'ਚ ਵੀ ਹੋ ਸਕਦਾ ਕੋਈ ਐਡੀਟਰ ਹੈ, ਕੋਈ ਚੀਫ ਸਬ ਐਡੀਟਰ ਹੈ, ਕੋਈ ਟ੍ਰੇਨੀ ਰਿਪੋਰਟਰ ਹੈ, ਕੋਈ ਐਡੀਟਰ ਇਨ ਚੀਫ ਹੈ, ਇੱਥੇ ਸਭ ਦੇ ਅੱਗੇ ਆਰ ਲੱਗਦਾ ਰੈਗੂਲਰ। ਈਵਨ ਮੈਂ ਇਸ ਟਾਈਮ ਮੌਜੂਦਾ ਪ੍ਰੈਜ਼ੀਡੈਂਟ ਹੈ, ਮੇਰੀ ਪ੍ਰੈਸ ਕਲੱਬ ਦੀ ਜਿਹੜੀ ਮੈਂਬਰਸ਼ਿਪ ਹੈ ਉਹ ਵੀ ਆਰ ਹੈ। ਤਾਂ ਰੈਗੂਲਰ ਮੈਂਬਰਸ਼ਿਪ ਆਰ ਦੇ ਨਾਲ, ਜਿਸ ਤਰ੍ਹਾਂ R824 ਹੈ ਮੇਰੀ, ਤਾਂ ਉਹਦੇ ਇੱਕ ਸਮਾਨਤਾ ਹੈ, ਸਮਾਨਤਾ ਰੱਖੀ। ਹਾਂ, ਚਾਹੇ ਉਹ ਗਵਰਨਿੰਗ ਕਾਉਂਸਲ ਦਾ ਮੈਂਬਰ ਹੋਏ, ਚਾਹੇ ਫਾਰਮਰ ਪ੍ਰੈਜ਼ੀਡੈਂਟ ਹੋਏ, ਚਾਹੇ ਨया ਮੈਂਬਰ ਹੋਏ, ਤਾਂ ਜੋ ਰੈਗੂਲਰ ਬਣ ਗਿਆ ਉਹ ਸਾਰੇ ਇੱਕ ਪਲੇਟਫਾਰਮ ਤੇ ਹੈ। ਤਾਂ ਜਿੰਨੀ ਇਹ ਸਮਾਨਤਾ ਦੀ ਚੀਜ਼ ਹੈ ਤਾਂ ਫਿਰ ਉਸੇ ਆਦਰਸ਼ ਨਾਲ ਚੱਲਣਾ ਪੈਂਦਾ ਹੈ। ਠੀਕ ਹੈ, ਧੰਨਵਾਦ ਜੀ ਸਮਾਂ ਦੇਣ ਲਈ। ਥੈਂਕ ਯੂ ਜੀ ਤੁਹਾਡਾ, ਕਿਉਂਕਿ ਤੁਸੀਂ ਸਪੈਸ਼ਲੀ ਸਾਡੇ ਪ੍ਰੈਸ ਕਲੱਬ ਆਏ। ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ। ਸਾਡੇ ਨਾਲ ਨਿਸ਼ਾ ਸ਼ਰਮਾ ਜੀ, ਜਿਹੜੇ ਇਸ ਪ੍ਰੈਸ ਕਲੱਬ ਦੇ 2 ਵਾਰ ਵਾਈਸ ਪ੍ਰੈਜ਼ੀਡੈਂਟ ਰਹੇ ਆ। ਜਿੱਦਾਂ ਪਹਿਲਾਂ ਸਰ ਨੇ ਦੱਸਿਆ ਕਿ ਵਾਈਸ ਪ੍ਰੈਜ਼ੀਡੈਂਟ ਦਾ ਅਹੁਦਾ ਜਿਹੜਾ ਉਹ ਰਿਜ਼ਰਵ ਆ ਲੇਡੀਜ਼ ਵਾਸਤੇ, ਉਹ ਵੀ ਸਾਡੇ ਨਾਲ ਨੇ। ਪ੍ਰੈਸ ਕਲੱਬ ਬਾਰੇ ਗੱਲ ਕਰਾਂਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਮੈਮ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਮੈਮ, ਤੁਸੀਂ ਕਾਫੀ ਸਮੇਂ ਤੋਂ ਇਸ ਪ੍ਰੈਸ ਕਲੱਬ ਨਾਲ ਜੁੜੇ ਹੋਏ ਹੋ, ਕੀ ਲੱਗਦਾ ਵੀ ਪ੍ਰੈਸ ਕਲੱਬ ਦੀ ਕਿੰਨੀ ਕੁ ਦੇਣ ਹੈ ਸਮਾਜ ਨੂੰ? ਦੇਖੋ, ਜਿੱਥੇ ਤੱਕ ਪ੍ਰੈਸ ਕਲੱਬ ਦਾ ਸਵਾਲ ਹੈ, ਇਹ ਜਰਨਲਿਸਟਾਂ ਲਈ ਬਣਿਆ, ਪੱਤਰਕਾਰ ਜਿਹੜੇ ਹੈ ਇੱਥੇ ਆ ਕੇ ਆਪਣੇ ਆਪ ਨੂੰ ਨਾ ਇੱਕ ਗੌਰਵਾन्वित ਪ੍ਰਾਊਡ ਮਹਿਸੂਸ ਕਰਦੇ ਆ। ਇੱਕ ਪਰਿਵਾਰ ਦੀ ਤਰ੍ਹਾਂ ਹੀ ਹੈ ਪ੍ਰੈਸ ਕਲੱਬ ਉਹਨਾਂ ਲਈ। ਕਿਉਂ ਪਰਿਵਾਰ ਦੀ ਤਰ੍ਹਾਂ? ਕਿਉਂਕਿ ਜਦ ਵੀ ਕਿਸੇ ਪੱਤਰਕਾਰ ਦੇ ਉੱਪਰ ਕੋਈ ਕਸ਼ਟ ਆਉਂਦਾ ਹੈ ਜਾਂ ਦੁੱਖ ਆਉਂਦਾ ਹੈ, ਸੁੱਖ 'ਚ ਤਾਂ ਇਕੱਠੇ ਹੁੰਦੇ ਹੀ ਹੁੰਦੇ ਆ, ਠੀਕ ਹੈ ਨਾ, ਲੇਕਿਨ ਦੁੱਖ 'ਚ ਉਹ ਚਾਹੇ ਮਤਲਬ ਕਿਸੇ ਵੀ ਉਸਦਾ ਹੋਏ, ਅਖਬਾਰ ਦਾ ਹੋਏ, ਕਿਸੇ ਵੀ ਅਦਾਰੇ ਨਾਲ ਜੁੜਿਆ ਵਾ ਹੋਏ, ਉਹ ਉਸ ਸਮੇਂ ਇਕੱਠੇ ਹੋ ਜਾਂਦੇ ਇੱਕ ਪਰਿਵਾਰ ਦੀ ਤਰ੍ਹਾਂ। ਜਿਸ ਤਰ੍ਹਾਂ ਅਸੀਂ ਪਰਿਵਾਰ 'ਚ ਇਕੱਠੇ ਰਹਿੰਦੇ ਆ ਨਾ, ਉਸੇ ਤਰ੍ਹਾਂ ਇਹ ਪੱਤਰਕਾਰ ਵੀ ਇੱਕ ਪਰਿਵਾਰ ਦੇ, ਇਹ ਪਰਿਵਾਰ ਦਾ ਇੱਕ ਘਰ ਹੈ, ਇਹ ਦੂਸਰਾ ਘਰ ਹੈ ਕਿਹਾ ਜਾਂਦਾ।
ਠੀਕ ਹੈ ਨਾ। ਇਸ ਕਰਕੇ ਬਹੁਤ ਦਿਲ ਖੋਲ ਕੇ ਇੱਥੇ ਪੱਤਰਕਾਰ ਆਉਂਦੇ ਆ, ਆਪਣਾ ਇੱਥੇ ਜਿਹੜੀ ਗਵਰਨਿੰਗ ਕਾਉਂਸਲ ਦੀ ਮੀਟਿੰਗ ਵੀ ਹੁੰਦੀ ਹੈ, ਉੱਥੇ ਆਪਣਾ ਮਤਲਬ ਸਮੱਸਿਆ ਵੀ ਰੱਖਦੇ ਆ, ਉਸ ਸਮੱਸਿਆ ਦਾ ਸਮਾਧਾਨ ਵੀ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਜਾਂਦੀ ਹੈ, ਹੱਦ ਤੱਕ ਕੀਤਾ ਵੀ ਜਾਂਦਾ ਹੈ ਸਮਾਧਾਨ। ਤੇ ਬੱਚਿਆਂ ਨੂੰ ਜਿਵੇਂ ਕੁਝ ਨਵੇਂ ਜਿਹੜੇ ਯੂਥ ਆ ਉਹ ਪੱਤਰਕਾਰੀ ਦੇ ਵਿੱਚ ਆਉਣਾ ਚਾਹੁੰਦਾ, ਉਹਨਾਂ ਨੂੰ ਕੋਈ ਟ੍ਰੇਨ ਕਰਨ ਲਈ ਵੀ ਵਰਕਸ਼ਾਪ ਵਗੈਰਾ ਵੀ ਇੱਥੇ ਲੱਗਦੀਆਂ ਨੇ? ਹਾਂਜੀ ਹਾਂ, ਇੱਥੇ ਸਮੇਂ-ਸਮੇਂ ਤੇ ਵਰਕਸ਼ਾਪ ਲਗਾਈ ਜਾਂਦੀ ਹੈ ਤੇ ਅੱਛੇ ਜੋ ਸੀਨੀਅਰ ਪੱਤਰਕਾਰ ਹੈ ਉਹ ਵੀ ਆਉਂਦੇ ਆ, ਉਹਨਾਂ ਨੂੰ ਜਿਹੜੇ ਨਵੇਂ ਜਿਹੜੇ ਬੱਚੇ ਆਉਂਦੇ ਆ ਉਹਨਾਂ ਨੂੰ ਸਮਝਾਉਣ ਲਈ, ਉਹਨਾਂ ਨੂੰ ਅੱਗੇ ਤੋਰਨ ਲਈ ਕਿ ਵੀ ਕੀ ਪੱਤਰਕਾਰਤਾ ਦੇ ਗੁਣ ਹੈ, ਕੀ ਅਵਗੁਣ ਹੈ, ਕਿਸ ਤਰ੍ਹਾਂ ਇਹਨੂੰ ਅੱਗੇ ਲਿਆਇਆ ਜਾਂਦਾ ਹੈ, ਠੀਕ ਹੈ ਨਾ। ਇਹ ਸਾਰੀਆਂ ਗੱਲਾਂ ਉਸ 'ਚ ਵਰਕਸ਼ਾਪ 'ਚ ਸਮਝਾਈਆਂ ਜਾਂਦੀਆਂ ਤੇ ਬਹੁਤ ਅੱਛੇ, ਔਰ ਕੋਈ ਐਸਾ ਨਹੀਂ ਕੋਈ ਉਸਦਾ ਚਾਰਜ ਲਈ ਜਾਂਦੀ ਹੈ, ਕੋਈ ਐਸਾ ਨਹੀਂ, ਫ੍ਰੀ 'ਚ ਵਰਕਸ਼ਾਪ ਲੱਗਦੀ ਹੈ। ਤੇ ਸਮਾਨਤਾ, ਜਿੱਦਾਂ ਸਰ ਨੇ ਗੱਲ ਦੱਸੀ ਹੈ ਵੀ ਸਾਰਿਆਂ ਨੂੰ ਸਮਾਨਤਾ ਮਿਲਦੀ ਹੈ, ਔਰਤਾਂ ਨੂੰ ਸਮਾਨਤਾ ਮਿਲਦੀ ਹੈ ਪੂਰੀ? ਬਿਲਕੁਲ ਮਿਲਦੀ ਹੈ ਜੀ। ਇੱਥੇ ਬਲਕਿ ਪਰਿਵਾਰ ਦੇ ਨਾਲ ਆਉਂਦੇ ਆ, ਔਰਤ ਵੀ ਆਉਂਦੀ ਹੈ, ਜਿਸ ਤਰ੍ਹਾਂ ਮੇਰਾ ਪਰਿਵਾਰ ਹੈ। ਮੈਂ ਬਹੁਤ, ਚਾਹੇ ਰਾਤ ਨੂੰ 10 ਵਜੇ ਅਸੀਂ ਆਈਏ, ਬੜੇ ਆਰਾਮ ਨਾਲ ਬੈਠਣ ਨੂੰ ਮਿਲੇਗਾ, ਕਿਉਂਕਿ ਇੱਥੇ ਇਹ ਨਹੀਂ ਹੈ ਵੀ क्या बोलते हैं, बाहर जरूर है लेकिन वो अलग है, ऊपर है, ठीक है ना। जिसने इंजॉय करना है ਉਹ ਵੀ ਫੈਮਿਲੀ ਦੇ ਨਾਲ ਬਹੁਤ ਅੱਛੀ ਤਰ੍ਹਾਂ ਨਾਲ ਕਰ ਸਕਦਾ ਹੈ। ਇੱਥੇ ਕੋਈ ਕਿਸੇ ਚੀਜ਼ ਦਾ, ਇੰਨੇ ਸਾਲ ਹੋ ਗਏ ਇਸ ਨੂੰ ਪ੍ਰੈਸ ਕਲੱਬ ਨੂੰ ਬਣੇ, ਅੱਜ ਤੱਕ ਕੋਈ ਝਗੜਾ ਨਹੀਂ, ਕੋਈ ਕੁਛ ਨਹੀਂ ਹੋਇਆ, ਬਹੁਤ ਅੱਛੇ। ਠੀਕ ਹੈ, ਇਲੈਕਸ਼ਨਾਂ ਹੁੰਦੀ ਹੈ, ਇਲੈਕਸ਼ਨਾਂ 'ਚ ਹਾਰੇ ਕੋਈ ਆਪਣੇ ਉਸ ਲਈ ਟੀਮ ਲਈ ਵੋਟ ਵੀ ਆਪਣੇ ਮਕਸਦ ਰੱਖਦਾ, ਵੋਟ ਮੰਗਣ ਲਈ ਇੱਕ ਦੂਜੇ ਨੂੰ ਰੱਦ ਵੀ ਕਰਦਾ, ਪਰ ਉਸ 'ਚ ਇਹ ਨਹੀਂ ਹੈ ਕਿ ਹਾਂ ਕਿ ਕੋਈ ਦੁਸ਼ਮਣ ਬਣ ਜਾਏ, ਜਾਂ ਕਿ ਕਹਿੰਦੇ ਜਿਸ ਤਰ੍ਹਾਂ ਰਾਜਨੀਤੀ 'ਚ ਆਪਾਂ ਦੇਖਦੇ ਹਾਂ ਕਿ ਹਾਂ ਜੀ ਉਹ ਪਾਰਟੀ ਅਲੱਗ, ਉਹ ਪਾਰਟੀ ਇੱਕ ਦੂਸਰੇ ਦੇ ਉੱਪਰ ਤੋਮਤਾਂ ਲਗਾਈਆਂ ਜਾਂਦੀਆਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਤੇ ਬੜੇ ਅੱਛੇ ਢੰਗ ਨਾਲ ਚੁਣਾਵ ਹੁੰਦੀ ਹੈ, ਬੜੇ ਅੱਛੇ ਢੰਗ ਨਾਲ ਚੁਣੇ ਜਾਂਦੇ ਆ, ਤੇ ਕੀ ਕਹਿੰਦੇ ਆ, ਔਰ ਉਹੀ ਚੁਣਾਵਾਂ ਤੋਂ ਬਾਅਦ ਚਾਹੇ ਕੋਈ ਆਏ ਪਾਰਟੀ, ਕੋਈ ਵੀ ਉਹ ਆਏ, ਤਾਂ ਹਰ ਇੱਕ ਦੇ ਲਈ, ਹਰ ਪੱਤਰਕਾਰ ਲਈ ਉਸ ਨੂੰ, ਉਸ ਟੀਮ ਨੂੰ ਬਹੁਤ ਅੱਗੇ ਹੋ ਕੇ ਸੋਚਦੇ ਆ। ਥੈਂਕ ਯੂ ਜੀ, ਧੰਨਵਾਦ ਤੁਹਾਡਾ ਸਮਾਂ ਦੇਣ ਲਈ। ਬਲਵੰਤ ਤਕਸ਼ਿਕ ਜੀ ਹੁਣੇ ਸਾਡੇ ਨਾਲ ਨੇ, ਅਸੀਂ ਉਹਨਾਂ ਨਾਲ ਗੱਲ ਕਰਾਂਗੇ ਜਿਹੜੇ 2 ਵਾਰ ਇਸ ਪ੍ਰੈਸ ਕਲੱਬ ਦੇ ਪ੍ਰੈਜ਼ੀਡੈਂਟ ਰਹਿ ਚੁੱਕੇ ਆ, ਉਹਨਾਂ ਦੇ ਤਜਰਬੇ ਕੀ ਨੇ, ਉਹਨਾਂ ਦੇ ਨੇ ਕਿੱਦਾਂ ਆਪਣਾ ਜਿਹੜਾ ਪ੍ਰੈਜ਼ੀਡੈਂਟ ਦਾ ਸਫ਼ਰ ਇੱਥੇ ਹੰਢਾਇਆ, ਆਪਾਂ ਗੱਲ ਕਰਾਂਗੇ। ਤਕਸ਼ਿਕ, ਸਤਿ ਸ਼੍ਰੀ ਅਕਾਲ ਜੀ। ਤਕਸ਼ਿਕ ਜੀ, ਸਰ ਤੁਸੀਂ 2 ਵਾਰ ਪ੍ਰੈਜ਼ੀਡੈਂਟ ਰਹੇ ਹੋ, ਤੁਹਾਡੇ ਤਜਰਬੇ ਰਹੇ ਆ ਆਪਣੇ ਇਸ ਪ੍ਰੈਸ ਕਲੱਬ ਦੇ ਵਿੱਚ ਕੰਮ ਕਰਨ ਦੇ, ਕੀ ਕਹਿਣਾ ਚਾਹੋਗੇ? मैं आपको ये बताऊंगा कि इस क्लब में जो भी कोई चुनाव लड़ता है वो सिर्फ सेवा भाव के लिए लड़ता है। यहाँ कोई पदाधिकारी जो होते हैं उनको कोई वेतन नहीं मिलता, वेतन मिलता है जो क्लब के कर्मचारी हैं। और इस क्लब की सबसे बड़ी खासियत ये है कि कोरोना काल में जब दुनिया भर के अखबारों में छटनियाँ हो रही थी, लोग नौकरी से निकाले जा रहे थे, ये क्लब करीब 2 साल बंद रहा, लेकिन 42 कर्मचारियों में से किसी की कोई छटनी नहीं हुई, किसी के कोई वेतन में कटौती नहीं हुई, सबको रेगुलर वेतन मिलता रहा, उनका पीएफ कटता है, उनकी एएसआई कटती है, यानी कि उनके क्लब को जब कोई आमदनी नहीं थी तब भी उनको किसी तरह की कर्मचारी को कोई दिक्कत नहीं आई। इस क्लब की एक खासियत ये भी है जो सौरभ दुग्गल साहब ने आपको बताई, लेकिन वो शायद इसका जिक्र करना भूल गए कि इस क्लब में चाहे तो कोई 20 साल से मेंबर हो, चाहे 40 साल से मेंबर हो, चाहे पहली बार मेंबर बना हो, और अचानक किसी क्लब के सदस्य की निधन हो जाए तो उसके परिवार को 1,25,000 रुपए की सहायता उसी समय दी जाती है, ताकि पीड़ित परिवार को कुछ मदद मिल सके। अगर मेंबर चाहे कि बीमार हूं और मुझे क्लब से मदद की जरूरत है, तो वो 50,000 रुपए की राशि अपनी कागज दिखा के बीमारी के, और वो क्लब से मदद ले सकता है। इस क्लब की एक ये भी खासियत है कि हिंदुस्तान के सबसे बेहतरीन प्रेस क्लबों में है ये, लेकिन दूसरे किसी भी राज्य के क्लब का कोई पदाधिकारी आता है तो उसको इस क्लब में वैसे ही ट्रीट किया जाता है जैसे उसको अपने क्लब के में ट्रीट किया जाता है मेंबर को। हमारा राज्य, देश के सभी स्टेट के प्रेस क्लब के साथ कोलैबोरेशन है, हम वहाँ जाएं तो हमें उसी तरह की सहूलियत मिलती है, वो यहाँ आए तो उनको भी इसी तरह की सहूलियत मिलती है। क्लब में हर साल मार्च के आखिरी रविवार को चुनाव निश्चित है। अच्छा जी। चाहे परिस्थितियां कैसी भी रही हों, आप कोई निर्विरोध बना दे किसी को तो अच्छी बात है। मैं 2 बार निर्विरोध रहा इस क्लब का प्रधान,
और मैं 6 चुनाव लड़े मैंने, ज्वाइंट सेक्रेटरी, वाइस प्रेसिडेंट, सेक्रेटरी जनरल और फिर 2 बार प्रधान। तो मैं तो अपने आप को खुशकिस्मत मानता हूँ कि मैं राजस्थान का उस समय इस क्लब का एकमात्र वोटर था। मैं राजस्थान से यहाँ आया, जनसत्ता में नौकरी की, मेंबर बना। तो जब मैं पदाधिकारी बना तो एकमात्र राजस्थान का मैं सदस्य था। लेकिन यार दोस्तों का जो प्रेम था, उन्होंने मुझे 2 बार निर्विरोध प्रधान बनाया। और निर्विरोध प्रधान बनने के अलावा हिंदी का इस क्लब 1980 से क्लब चल रहा है। मैं 2006-2007 में जब अध्यक्ष बना तो हिंदी अखबार का मैं पहला अध्यक्ष था। अच्छा। राजस्थान का मैं पहला व्यक्ति था और निर्विरोध 2 बार बनने वाला भी मैं इस क्लब का पहला अध्यक्ष था। तो मैं तो सोचता हूँ कि इस क्लब में हरियाणा के, पंजाब के, चंडीगढ़ के, हिमाचल प्रदेश के जो लोग काम करते हैं यहाँ, इतने लोगों ने मुझे जो स्नेह दिया, तो मैंने भी अपनी तरफ से इस क्लब की जो मदद हो सकती थी, आर्थिक तौर पे मजबूत इस क्लब को बहुत किया। हमने बहुत सारे मुख्यमंत्रियों को बुलाया। हरियाणा के मुख्यमंत्री आते हैं, या पंजाब के मुख्यमंत्री आते हैं, हिमाचल के मुख्यमंत्री आते हैं, जम्मू कश्मीर के मुख्यमंत्री यहाँ आते हैं, और उत्तर प्रदेश की जो मुख्यमंत्री थी मायावती जी, वो भी यहाँ आई थी। और शायद ये पहला संयोग था हमारे समय में जब मायावती जी ने चंडीगढ़ प्रेस क्लब को 31 लाख रुपए की सहायता दी। ना केवल उन्होंने अनाउंस किया, बल्कि ये भी कहा कि मैं चंडीगढ़ तब छोड़ूंगी जब आपको ड्राफ्ट मिल जाएगा। इसके अलावा प्रधानमंत्री रहते हुए डॉक्टर मनमोहन सिंह जी आए, प्रधानमंत्री रहते हुए चंद्रशेखर जी आए, उप प्रधानमंत्री रहते हुए लाल कृष्ण आडवाणी साहब आए। मतलब बड़ी बड़ी जो हस्तियां हैं वो इस क्लब में आती रही। ज्ञानी जेल सिंह आए राष्ट्रपति रहते हुए, और सभी ने इस क्लब को अपनी तरफ से जो भी आर्थिक सहायता हो सकती थी दी। लेकिन आज क्लब अपने पैरों पर खड़ा है। सरकार से किसी तरह की मदद की कोई दरकार नहीं है। हम प्रेस क्लब के सदस्यों के लिए एक वेलफेयर फंड बनाया हुआ हमने। हर साल मेंबर से 250 रुपये वेलफेयर फंड के नाम पे लेते हैं, और वही राशि फिर अगर किसी परिवार, किसी सदस्य की अचानक मृत्यु हो जाए, निधन हो जाए, तो उसके परिवार को मिल जाती है। मैं समझता हूँ कि जो चंडीगढ़ प्रेस क्लब है, ऐसा प्रेस क्लब शायद हिंदुस्तान में नहीं है, और ऐसा रूल हिंदुस्तान सरकार या किसी राज्य सरकार का भी नहीं है कि किसी नेचुरल डेथ पे किसी को इस तरह की आर्थिक सहायता मिलती हो। और समय समय पर यहाँ बड़े बड़े जर्नलिस्टों को हम लोग बुलाते हैं, सेमिनार करते हैं और बताते हैं कि पत्रकारिता किस दिशा में जा रही है, क्या क्या उसमें और एडवांसमेंट आ गए हैं, क्या क्या जर्नलिस्टों को और सचेत और सजग रहने की जरूरत है। तो सेमिनारों के माध्यम से जर्नलिस्टों को अपडेट किया जाता रहता है। धन्यवाद जी सर, ਸਮਾਂ ਦਿਆ। शुक्रिया। ਸੋ ਦੇਖਿਆ ਤੁਸੀਂ ਕਿ ਪ੍ਰੈਸ ਕਲੱਬ ਦੇ ਇਤਿਹਾਸ ਬਾਰੇ ਵੀ ਗੱਲ ਹੋਈ ਆ ਤੇ ਉਹਦੇ ਮਕਸਦ ਬਾਰੇ ਵੀ ਗੱਲ ਹੋਈ ਹੈ, ਤੇ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਇਦਾਂ ਦੀਆਂ ਜਿਹੜੀਆਂ ਸਟੋਰੀਜ਼ ਨੇ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਤੇ ਬੇਨਤੀ ਹੈ ਕਿ ਜੇ ਤੁਸੀਂ ਵਾਕਈ ਪੱਤਰਕਾਰੀ ਨੂੰ ਪਿਆਰ ਕਰਦੇ ਹੋ, ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰੋ, ਲਾਈਕ ਜ਼ਰੂਰ ਕਰੋ। ਅਗਲੀ ਵਾਰ ਫਿਰ ਮਿਲਾਂਗੇ। ਮੈਂ ਕਰਮ ਸੇਖਾ, ਕੈਮਰਾਮੈਨ ਰਾਹੁਲ ਦੇ ਨਾਲ। ਥੈਂਕ ਯੂ, ਧੰਨਵਾਦ।